ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. Good afternoon, students. I would request Jashandeep Kaur to start Jap Seva. 13284 Jashandeep Kaur. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. Thank you, Jashandeep Kaur. Thank you so much. So, as yesterday we had done articles, how to write an article. ਮੈਂ ਤੁਹਾਨੂੰ ਦੱਸਿਆ ਸੀ ਆਰਟੀਕਲ ਲਿਖਣ ਲਈ ਹੈ ਨਾ, ਉਹਦਾ ਇੰਟਰੋਡਕਸ਼ਨ, ਬੋਡੀ ਆਫ ਦਾ ਆਰਟੀਕਲ ਔਰ ਕਨਕਲੂਜਨ. ਸੋ ਅੱਜ ਇੱਕ ਅਸੀਂ ਸੈਂਪਲ ਆਰਟੀਕਲ ਕਰਾਂਗੇ. ਸਪੋਜ਼ ਕਰੋ ਤੁਸੀਂ ਕਿਸੇ ਨਿਊਜ਼ਪੇਪਰ 'ਚ ਜਾਂ ਕਾਲਜ ਮੈਗਜ਼ੀਨ ਦੇ ਵਿੱਚ ਜਾਂ ਸਕੂਲ ਮੈਗਜ਼ੀਨ ਦੇ ਵਿੱਚ ਕੋਈ ਆਰਟੀਕਲ ਦੇਣਾ. ਓਕੇ, ਸੋ ਅੱਜ ਅਸੀਂ ਕਰਾਂਗੇ ਦੀ ਐਡਵਾਂਟੇजेस ਆਫ ਲਿਟਰੇਸੀ. ਪੜ੍ਹਾਈ ਦੇ ਕੀ ਲਾਭ ਹੈ? ਲਿਟਰੇਸੀ ਹੁੰਦਾ ਸਾਖਰਤਾ, ਹੈ ਨਾ. ਸਾਖਰਤਾ ਪੰਜਾਬੀ ਵਿੱਚ ਸਾਰਿਆਂ ਨੂੰ ਪਤਾ ਹੋਏਗਾ ਵੀ ਜੋ ਇਨਸਾਨ ਨੇ ਪੜ੍ਹ ਲਿਖ ਲਿਆ ਹੈ ਨਾ, ਉਹ ਸਾਖਰ ਹੁੰਦਾ, ਲਿਟਰੇਟ ਹੁੰਦਾ. ਜੋ ਅਨਪੜ੍ਹ ਹੁੰਦਾ ਸੀ ਉਹਨੂੰ ਇਲਿਟਰੇਟ ਕਹਿੰਦੇ ਆ. ਸੋ ਦੀ ਐਡਵਾਂਟੇजेस ਆਫ ਲਿਟਰੇਸੀ. ਸੋ ਐਡਵਾਂਟੇजेस ਮੀਨਸ ਫਾਇਦੇ. तो सब तो पहले तुहाडे दिमाग च अगर देखो आर्टिकल दा टॉपिक की है एडवांटेजेस. So the moment you read the topic, the moment this topic comes to your mind, तुहाडे माइंड च ओदे सिर्फ ओदे एडवांटेजेस ही आणगे, है ना. तो पहले ਅਸੀਂ देखांगे कि लिटरेसी की है, फिर लिटरेसी दे फायदे की हैं, फिर ਅਸੀਂ कंक्लूजन ते आएंगे ओदा निचोड़ की है ना. सो ਅਸੀਂ ਇਹ ਵਾਲੇ ਪੁਆਇੰਟਸ फॉर एग्जांपल मैं लिए हैं. jot down the following points. ਤੁਸੀਂ ਇਹ ਵਾਲੇ ਪੁਆਇੰਟਸ ਨੋਟ ਡਾਊਨ ਕਰ ਸਕਦੇ ਹੋ, ਠੀਕ ਹੈ. ਸੋ ਇਹਦੇ ਵਿੱਚ ਹੈ ਤੁਹਾਡੇ ਮਾਈਂਡ 'ਚ ਕਿਹੜੇ ਪੁਆਇੰਟਸ ਆਉਂਦੇ ਆ. ਅਗਰ ਅਸੀਂ ਕਹੀਏ ਪੜ੍ਹਾਈ ਦੇ ਕੀ ਫਾਇਦੇ ਹੁੰਦੇ, ਇੱਕ ਪੜ੍ਹਿਆ ਲਿਖਿਆ ਇਨਸਾਨ ਹੈ ਉਹਦੇ ਕੀ ਫਾਇਦੇ. ਫਰਸਟ ਇਜ਼ ਮੇਕਸ ਅ ਪਰਸਨ ਸੈਲਫ ਰਿਲਾਇੰਟ. ਸੈਲਫ ਰਿਲਾਇੰਟ ਹੁੰਦਾ ਆਪਣੇ ਆਪ ਤੇ ਭਰੋਸਾ ਕਰਨ ਵਾਲਾ, ਹੈ ਨਾ. ਇਨਸਾਨ ਨੂੰ ਆਪਣੇ ਤੇ ਭਰੋਸਾ ਕਰਨਾ ਆ ਜਾਂਦਾ ਹੈ. ਪ੍ਰਮੋਟ ਸੈਲਫ ਰਿਸਪੈਕਟ. ਅਸੀਂ ਆਪਣੀ ਰਿਸਪੈਕਟ, ਹੈ ਨਾ, ਸਵੈ ਮਾਣ ਉਹ ਵੱਧਦਾ ਹੈ. ਪ੍ਰਮੋਟਸ ਮਤਲਬ ਪੜ੍ਹਾਈ ਉਹ ਵਧਾਉਂਦੀ ਹੈ, ਸਵੈ ਮਾਣ ਨੂੰ ਵਧਾਉਂਦੀ ਹੈ. ਰਿਜ਼ਲਟਸ ਇਨ ਬੈਟਰ ਹੈਲਥ ਅਵੇਅਰਨੈਸ. ਇੱਕ ਪੜ੍ਹਿਆ ਲਿਖਿਆ ਬੰਦਾ ਹੋਏਗਾ ਆਪਣੇ ਹੈਲਥ ਪ੍ਰਤੀ ਜ਼ਿਆਦਾ ਜਾਗਰੂਕ ਹੋਏਗਾ, ਉਹ ਆਪਣੇ ਇਨਵਾਇਰਨਮੈਂਟ ਪ੍ਰਤੀ ਜ਼ਿਆਦਾ ਜਾਗਰੂਕ ਹੋਏਗਾ. ਤੁਸੀਂ ਦੇਖਿਆ ਹੋਏਗਾ ਅਨਪੜ੍ਹ ਲੋਕ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਸਫਾਈ ਕਿਸ ਤਰ੍ਹਾਂ ਰੱਖਣੀ ਹੈ. ਮੈਂ ਨਹੀਂ ਕਹਿ ਰਹੀ ਸਾਰੇ ਇਸ ਤਰ੍ਹਾਂ ਹੁੰਦੇ ਆ, ਠੀਕ ਹੈ, ਲੇਕਿਨ ਕਈ ਲੋਕ ਹੈ ਉਸ ਪ੍ਰਤੀ ਅਵੇਅਰਨੈਸ ਨਹੀਂ ਹੁੰਦੇ. ਉਹਨਾਂ ਦੀ ਇਨਵਾਇਰਨਮੈਂਟ, ਹੁਣ ਜਿਵੇਂ ਅਸੀਂ ਲੋਕ ਅਸੀਂ ਆਪਣੇ ਸਿਲੇਬਸ ਵਿੱਚ ਪੜ੍ਹਦੇ ਰਹਿੰਦੇ ਆ ਪਲਾਸਟਿਕ ਦਾ ਇਸਤੇਮਾਲ ਨਹੀਂ ਕਰਨਾ, ਹੈ ਨਾ. ਸੋ ਸਾਨੂੰ ਪਤਾ ਹੈ, ਲੇਕਿਨ ਤੁਸੀਂ ਦੇਖਿਆ ਹੋਏਗਾ ਜਿਹੜੇ ਅਨਪੜ੍ਹ ਲੋਕ ਹੁੰਦੇ ਜਿਨ੍ਹਾਂ ਨੇ ਪੜ੍ਹਾਈ ਨਹੀਂ ਕੀਤੀ ਹੁੰਦੀ, ਹੈ ਨਾ, ਉਹਨਾਂ ਨੂੰ ਪਲਾਸਟਿਕ ਦੇ ਨੁਕਸਾਨ ਬਾਰੇ ਨਹੀਂ ਪਤਾ. ਉਹਨਾਂ ਨੂੰ ਪਤਾ ਹੀ ਨਹੀਂ ਪੋਲਿਊਸ਼ਨ ਕੀ ਹੁੰਦਾ ਹੈ ਨਾ. ਉਹ ਲੋਕ ਜਿਹੜੇ ਹੈ ਉਹਨਾਂ ਦੇ ਵਿੱਚ ਅਵੇਅਰਨੈਸ ਨਹੀਂ ਹੁੰਦੀ, ਜਾਗਰੂਕਤਾ ਨਹੀਂ ਹੁੰਦੀ, ਠੀਕ ਹੈ. ਹੈਲਪਸ ਪ੍ਰੀਵੈਂਟ ਐਕਸਪਲੋਇਟੇਸ਼ਨ. ਐਕਸਪਲੋਇਟੇਸ਼ਨ ਹੁੰਦਾ ਹੈ, ਇਹ ਵਰਡ ਤੁਸੀਂ ਨੋਟ ਕਰ ਲਓ. ਐਕਸਪਲੋਇਟ ਕਰਨਾ ਹੁੰਦਾ ਹੈ ਕਿਸੇ ਦਾ ਨਜਾਇਜ਼ ਫਾਇਦਾ ਚੱਕਣਾ. ਜਿਵੇਂ ਕਿ ਅਸੀਂ ਕਹਿੰਦੇ ਆ ਜਿਸ ਤਰ੍ਹਾਂ ਛੋਟੇ ਬੱਚੇ ਆ, ਉਹਨਾਂ ਤੋਂ ਢਾਬਿਆਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਕੰਮ ਕਰਵਾਇਆ ਜਾਂਦਾ,
ਤਾਂ ਅਸੀਂ ਉਹਨਾਂ ਦਾ ਨਜਾਇਜ਼ ਫਾਇਦਾ ਚੱਕ ਰਹੇ ਹਾਂ, ਅਸੀਂ ਉਹਨਾਂ ਨੂੰ ਐਕਸਪਲੋਇਟ ਕਰ ਰਹੇ ਹਾਂ। ਠੀਕ ਹੈ ਨਾ, ਐਕਸਪਲੋਇਟ ਕਰਨਾ ਦਾ ਮਤਲਬ ਹੁੰਦਾ ਹੈ ਕਿਸੇ ਦਾ ਫਾਇਦਾ ਚੁੱਕਣਾ, ਨਜਾਇਜ਼ ਫਾਇਦਾ ਚੁੱਕਣਾ, ਹੈ ਨਾ। ਜਿਵੇਂ ਅਗਰ ਮੰਨ ਲਓ ਅਸੀਂ ਕੰਮ ਜ਼ਿਆਦਾ ਕਰਾ ਰਹੇ ਹਾਂ, ਉਹਨਾਂ ਨੂੰ ਉਹਦੇ ਬਦਲੇ ਵਿੱਚ ਪੈਸੇ ਘੱਟ ਦੇ ਰਹੇ ਹਾਂ, ਤਾਂ ਮੀਨਸ ਅਸੀਂ ਉਹਨੂੰ ਐਕਸਪਲੋਇਟ ਕਰ ਰਹੇ ਹਾਂ। ਠੀਕ ਹੈ। ਨੈਕਸਟ ਹੈ ਇਨਕਰੀਜ਼ਸ ਪਾਰਟਿਸਿਪੇਸ਼ਨ ਇਨ ਦ ਡੈਮੋਕ੍ਰੈਟਿਕ ਪ੍ਰੋਸੈਸ। ਅਸੀਂ ਸਾਰੇ ਦੇਖੋ ਇੱਕ ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਹਾਂ, ਲੋਕਤੰਤਰ ਵਿੱਚ ਰਹਿੰਦੇ ਹਾਂ। ਤੋ ਅਗਰ ਅਸੀਂ ਪੜ੍ਹੇ ਲਿਖਾਂਗੇ ਸਾਨੂੰ ਪਤਾ ਹੋਏਗਾ। ਹੁਣ ਜੇ ਤੁਸੀਂ ਕਿਸੇ ਅਨਪੜ੍ਹ ਨੂੰ ਪੁੱਛੋ ਲੋਕਤੰਤਰ ਕੀ ਹੁੰਦਾ ਹੈ, ਵੋਟਿੰਗ ਕੀ ਹੁੰਦੀ ਹੈ, he won't be able to answer। ਉਹਨੂੰ ਨਹੀਂ ਪਤਾ, ਉਹਨੂੰ ਸਿਰਫ ਇਹ ਹੁੰਦਾ ਹੈ ਕਿ ਮੈਂ ਰੋਟੀ ਪਾਣੀ ਆਪਣਾ ਮੈਨੂੰ ਮਿਲ ਜਾਵੇ, ਠੀਕ ਹੈ, ਤੇ ਮੈਂ ਉਹ ਖਾ ਪੀ ਕੇ ਸੋ ਜਾਵਾਂ। ਉਹਦਾ ਮਕਸਦ ਸਿਰਫ ਇਹੀ ਹੁੰਦਾ ਹੈ, ਸਿਰਫ ਉਹਨੇ ਆਪਣਾ ਢਿੱਡ ਭਰਨਾ ਹੁੰਦਾ ਹੈ ਨਾ। ਸੋ ਇਨਕਰੀਜ਼ਸ ਪਾਰਟਿਸਿਪੇਸ਼ਨ ਇਨ ਜਿਹੜੀ ਪੜ੍ਹਾਈ ਹੈ ਨਾ, ਤੁਹਾਡਾ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਪਾਰਟਿਸਿਪੇਸ਼ਨ, ਤੁਹਾਨੂੰ ਤੁਸੀਂ ਆਪਣੇ ਰਾਈਟਸ ਪ੍ਰਤੀ ਜਾਗਰੂਕ ਹੁੰਦੇ ਹੋ, ਤੁਸੀਂ ਆਪਣੀ ਲਾਇਬਿਲਿਟੀਜ਼, ਆਪਣੀ ਅਥਾਰਟੀਜ਼, ਆਪਣੇ ਰਿਸਪੌਂਸਿਬਿਲਿਟੀਜ਼ ਲਈ ਜਾਗਰੂਕ। ਤੁਹਾਨੂੰ ਪਤਾ ਹੈ ਮੈਂ ਕਿਹਨੂੰ ਵੋਟਿੰਗ ਕਰਨੀ ਹੈ, ਤੁਹਾਨੂੰ ਪਤਾ ਹੈ ਕਿ ਅਗਰ ਮੈਂ ਵੋਟਿੰਗ ਨਹੀਂ ਕਰੂੰਗੀ ਉਹਦਾ ਕੀ ਨੁਕਸਾਨ ਹੈ। ਤੁਹਾਡੇ ਵੋਟ ਨੂੰ ਕੋਈ ਤੁਹਾਡੇ ਐਕਸਪਲੋਇਟ ਨਹੀਂ ਕਰ ਸਕਦਾ, ਹੈ ਨਾ। ਤੁਹਾਡਾ ਵੋਟ ਹੈ, ਕੋਈ ਇਹ ਨਹੀਂ ਕਿ ਤੁਹਾਨੂੰ ਜ਼ਬਰਦਸਤੀ ਕਿਸੇ ਇੱਕ ਪਾਰਟੀ ਨੂੰ ਵੋਟ ਨਹੀਂ ਦਿਲਵਾ ਸਕਦਾ। ਹੁਣ ਜਿਵੇਂ ਅਸੀਂ ਆਪਾਂ ਰੋਜ਼ ਗੱਲ ਕਰਦੇ ਹਾਂ, ਫਾਰਮਰ ਪ੍ਰੋਟੈਸਟ ਹੋ ਰਿਹਾ, ਸਾਨੂੰ ਪਤਾ ਹੈ ਨਾ ਕਿ ਸਾਡੇ ਹੱਕ, ਜੇ ਅਸੀਂ ਅਨਪੜ੍ਹ ਹੋਵਾਂਗੇ ਸਾਨੂੰ ਪਤਾ ਹੀ ਨਹੀਂ ਹੋਏਗਾ ਕਿਹੜੇ ਬਿੱਲ ਪਾਸ ਹੋਏ ਹਨ, ਹੈ ਨਾ। ਸਾਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਚੱਲੇਗਾ, ਸਾਨੂੰ ਆਪਣੇ ਰਾਈਟਸ ਬਾਰੇ ਪਤਾ ਹੀ ਨਹੀਂ ਚੱਲੇਗਾ। ਸੋ ਸਾਡੀ ਪਾਰਟਿਸਿਪੇਸ਼ਨ ਹੁੰਦਾ ਸਾਡਾ ਉਹਦੇ ਵਿੱਚ ਕਿੰਨਾ ਕੁ ਯੋਗਦਾਨ ਹੈ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ, ਉਹ ਵੱਧਦਾ ਪੜ੍ਹਾਈ ਕਰਕੇ। ਪਰ ਲਾਸਟ ਵਿੱਚ ਹੈ ਮੇਕਸ ਲਾਈਫ ਵਰਥ ਲਿਵਿੰਗ, ਕਿ ਪੜ੍ਹਾਈ ਹੈ ਜਿਹੜੀ ਉਹ ਇਨਸਾਨ ਨੂੰ ਰਹਿਣ ਯੋਗ ਬਣਾਉਂਦੀ, ਇਸ ਜ਼ਿੰਦਗੀ ਨੂੰ ਜੀਣ ਯੋਗ ਬਣਾ ਦਿੰਦੀ ਹੈ। ਠੀਕ ਹੈ। ਸੋ ਇਹ ਪੁਆਇੰਟਸ ਹੈ, ਇਹ ਤੁਹਾਡੇ ਦਿਮਾਗ 'ਚ ਆਏ। ਠੀਕ ਹੈ। ਨਾਓ ਯੂ ਹੈਵ ਟੂ ਪੁੱਟ ਇਟ ਡਾਊਨ ਟੂ ਯੋਰ ਆਰਟੀਕਲ। ਉਹਦੇ ਵਿੱਚ ਤੁਸੀਂ ਆਰਟੀਕਲ ਦੇ ਵਿੱਚ ਕਰਨਾ ਹੈ ਨਾ। ਸੋ ਅੱਛਾ, ਇੱਕ ਆਇਆ ਮੈਨੂੰ, ਮੈਮ ਪਲੀਜ਼ ਟੈਲ ਮੀ ਦਾ ਮੀਨਿੰਗ ਆਫ ਵਾਈਬਸ। ਬੱਚੇ ਵਾਈਬਸ ਹੁੰਦੀਆਂ ਨੇ, ਜਿਵੇਂ ਅਸੀਂ ਕਹਿੰਦੇ ਆ ਤਰੰਗਾਂ ਕਿਸੇ ਤੋਂ, ਜਿਵੇਂ ਮੈਂ ਕਿਹਾ ਮੈਨੂੰ ਉਹਦੇ ਤੋਂ ਬੜੀ ਪੋਜ਼ਿਟਿਵ ਵਾਈਬਸ ਆਈਆਂ, ਹੈ ਨਾ। ਵਾਈਬਸ ਮਤਲਬ ਕਿਸੇ ਤੋਂ ਆਉਣ ਵਾਲੀ ਕੋਈ ਏਦਾਂ ਦੀ ਚੀਜ਼, ਜਿਵੇਂ ਆਪਾਂ ਤਰੰਗਾਂ ਕਹਿ ਦਿੰਦੇ ਆ ਵਾਈਬਸ, ਇਹ ਐਕਚੁਅਲੀ VIBES ਹੁੰਦਾ ਵਾਈਬਸ। ਆਈ ਥਿੰਕ VIBES ਵਾਈਬਸ, ਇਹ WI ਨਹੀਂ ਹੈ, ਵਾਈਬਸ ਹੁੰਦੇ ਹੈ। ਕਿਸੇ ਤੋਂ ਆਉਣ ਵਾਲੀ ਵਾਈਬ੍ਰੇਸ਼ਨ ਨਹੀਂ ਆਪਾਂ ਜਿਹਨੂੰ ਕਹਿੰਦੇ ਵਾਈਬ੍ਰੇਸ਼ਨ, ਕਿ ਮੈਨੂੰ ਉਹਦੇ ਤੋਂ, ਜਿਵੇਂ ਤੁਸੀਂ ਕਿਸੇ ਨੂੰ ਕਿਹਾ ਮੇਰੀ ਹੈਲਪ ਕਰੋਗੇ, ਉਹਨੇ ਕਿਹਾ ਹਾਂ ਕਰ ਦੂੰਗੀ, ਬਟ ਤੁਹਾਨੂੰ ਉਹ ਲੱਗਣਾ ਕਿ ਨਹੀਂ ਉਹ ਕਰਨਾ ਨਹੀਂ ਚਾਹੁੰਦੀ, ਤੁਹਾਨੂੰ ਉਹਦੇ ਤੋਂ ਨੈਗੇਟਿਵ ਵਾਈਬਸ ਆਉਂਦੀਆਂ ਨੇ, ਹੈ ਨਾ। ਸੋ VIBES ਵਾਈਬਸ। ਠੀਕ ਹੈ। ਇੱਕ ਹੈਂਕੀ ਲਈ ਬੱਚੇ ਉਹ ਵਾਈਬਸ ਹੁੰਦੇ ਹੈ, ਜਿਹੜਾ ਜਸ਼ਨਦੀਪ ਤੁਸੀਂ ਕਹਿ ਰਹੇ ਹੋ ਨਾ ਹੈਂਕੀ ਲਈ, ਉਹ ਵਾਈਬਸ ਹੁੰਦੇ ਹੈ, that is WIPES ਵਾਈਬਸ। ਵਾਈਪ ਮੀਨਸ ਪੂੰਝਣਾ, ਵਾਈਪ ਮੀਨਸ ਪੂੰਝਣਾ। ਜਿਹੜੇ ਤੁਸੀਂ ਹੈਂਕੀ ਲਈ ਕਹਿ ਰਹੇ ਹੋ ਨਾ, ਉਹ ਹੁੰਦੇ ਆ ਵਾਈਪਸ। ਵਾਈਪ ਮੀਨਸ ਪੂੰਝਣਾ। ਮੈਂ एवरीवन ਜਸ਼ਨ ਨੂੰ ਪਾਤਾ ਵਾਈਪਸ। ਠੀਕ ਹੈ। ਉਹ ਕੀ ਹੁੰਦੇ, ਟਿਸ਼ੂ ਪੇਪਰ ਵਰਗੇ ਹੁੰਦੇ ਆ, ਉਹ ਕਿਹਦੇ ਲਈ ਹੁੰਦੇ, ਵਾਈਪ ਕਰਨ ਲਈ। ਜਿਵੇਂ ਤੁਸੀਂ ਖਾਣਾ ਖਾਇਆ, ਉਹਦੇ ਵਿੱਚ ਇੱਕ ਨਿਕਾਲਿਆ ਤੇ ਉਹਦੇ ਨਾਲ ਮੂੰਹ ਨੂੰ ਵਾਈਪ ਕਰ ਲਿਆ, ਪੂੰਝ ਲਿਆ। ਸੋ ਦੋਜ਼ ਆਰ ਵਾਈਪਸ, WIPES ਵਾਈਪਸ। ਔਰ ਜਿਹੜੇ ਵਾਈਬਸ ਹੁੰਦੀਆਂ ਉਹ ਵੀ ਤੋਂ ਹੈ ਵਾਈਬਸ, ਜਿਹਨੂੰ ਅਸੀਂ ਵਾਈਬ੍ਰੇਸ਼ਨ ਕਹਿੰਦੇ ਆ, ਕਿ ਮੈਨੂੰ ਉਸ ਤੋਂ ਬੜੀ ਪੋਜ਼ਿਟਿਵ ਵਾਈਬਸ ਆਈਆਂ ਨੇ। ਠੀਕ ਹੈ। ਵਾਈਬਸ ਐਂਡ ਵਾਈਪਸ। ਨਾਓ ਵੀ ਕਮ ਟੂ ਆਰਟੀਕਲ ਰਾਈਟਿੰਗ। ਓਕੇ, the advantages of literacy, literacy ਦੇ ਫਾਇਦੇ। ਹੁਣ ਤੁਸੀਂ ਇੱਕ ਵਾਰ ਇਹਨੂੰ ਪੜ੍ਹ ਲਓ, ਫਿਰ ਅਸੀਂ ਇਹਨੂੰ ਡਿਸਕਸ ਕਰਦੇ ਹਾਂ। ਇਹਦਾ ਜੋ ਸਕਰੀਨਸ਼ਾਟ ਲੈਣਾ ਤੁਸੀਂ ਲੈ ਸਕਦੇ ਹੋ, ਫਿਰ ਆਪਾਂ ਇਹਨੂੰ ਡਿਸਕਸ ਕਰਦੇ ਹਾਂ। ਓਕੇ, ਸੋ ਲਿਟਰੇਸੀ is indeed ਦਾ ਮਤਲਬ ਹੁੰਦਾ ਹੈ ਅਸਲ ਦੇ ਵਿੱਚ। indeed means ਅਸਲ ਵਿੱਚ, ਵਾਸਤਵ में। ਅੱਛਾ ਜੀ, indeed ਮਤਲਬ ਅਸਲ ਵਿੱਚ। ਜਿਵੇਂ ਤੁਸੀਂ ਸੁਣਿਆ ਹੋਏਗਾ, a friend in need is a friend indeed। ਜੋ ਮੁਸੀਬਤ ਚ ਕੰਮ ਆਵੇ ਉਹੀ ਅਸਲ ਵਿੱਚ ਦੋਸਤ ਹੈ। a friend in need is a friend indeed। I'm going to write, ਵੈਸੇ ਕਾਫੀ ਬੱਚਿਆਂ ਨੂੰ ਪਤਾ ਹੋਏਗਾ। a friend in need is a friend indeed। indeed ਮਤਲਬ ਅਸਲ ਵਿੱਚ। ਜਿਹੜਾ ਫਰੈਂਡ ਜ਼ਰੂਰਤ ਵਿੱਚ ਆਇਆ ਕੰਮ, ਉਹੀ ਅਸਲ ਵਿੱਚ ਦੋਸਤ ਹੈ। ਠੀਕ ਹੈ।
ਸੋ ਲਿਟਰੇਸੀ ਇਜ਼ ਇੰਡੀਡ ਅ ਬਲੇਸਿੰਗ, ਅਸਲ ਵਿੱਚ ਇੱਕ ਬਲੇਸਿੰਗ ਹੈ, ਇੱਕ ਅਸੀਸ ਹੈ, ਇੱਕ ਆਸ਼ੀਰਵਾਦ ਹੈ, ਇੱਕ ਸੌਗਾਤ ਹੈ ਤੁਹਾਡੇ ਲਈ, ਠੀਕ ਹੈ। ਇਟ enables ਮਤਲਬ ਯੋਗ ਬਣਾਉਂਦੀ ਹੈ ਐਨ ਇੰਡੀਵਿਜੂਅਲ, ਇਨਸਾਨ ਨੂੰ ਕਿਹਦੇ ਯੋਗ ਬਣਾਉਂਦੀ ਹੈ, ਟੂ ਲੀਡ ਅ ਫੁੱਲ ਲਾਈਫ, ਹੈ ਨਾ। ਇੰਡੀਵਿਜੂਅਲ ਹੁੰਦਾ ਹੈ, ਜੇ ਅਗਰ ਇੰਡੀਵਿਜੂਅਲ ਨੂੰ ਆਪਾਂ ਕਹਿ ਦਿੰਦੇ ਆ ਵੀ ਕਿਸੇ ਇੱਕ ਨੂੰ, ਹੈ ਨਾ, ਇੰਡੀਵਿਜੂਅਲ ਹੁੰਦਾ ਹੈ ਇੱਕ ਅਗਰ ਆਪਾਂ ਕਿਸੇ ਇੱਕ ਦੀ ਵਿਅਕਤੀਗਤ ਤੌਰ ਤੇ ਗੱਲ ਕਰੀਏ, ਠੀਕ ਹੈ। ਸੋ ਇਹ ਕਿਸੇ ਇਨਸਾਨ ਨੂੰ ਇਸ ਯੋਗ ਬਣਾਉਂਦੇ ਆ ਕਿ ਉਹ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਜੀਏ, ਲੀਡ ਅ ਫੁੱਲ ਲਾਈਫ, ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜੀਵੇ, ਪੂਰੇ ਤੌਰ ਤੇ ਜੀਵੇ। ਲਿਟਰੇਸੀ ਮੇਕਸ ਅ ਪਰਸਨ ਸੈਲਫ ਰਿਲਾਇੰਟ, ਜਿਹੜੀ ਸਾਖਰਤਾ ਹੈ ਉਹ ਇਨਸਾਨ ਨੂੰ ਕੀ ਬਣਾਉਂਦੀ ਹੈ, ਸਵੈ ਨਿਰਭਰ ਬਣਾ ਰਹੀ ਹੈ, ਸੈਲਫ ਰਿਲਾਇੰਟ ਬਣਾ ਰਹੀ ਹੈ, ਆਪਣੇ ਤੇ ਰਿਲਾਏ ਕਰਨ ਵਾਲਾ ਬਣਾ ਰਹੀ ਹੈ, ਇਨਸਾਨ ਆਪਣੇ ਤੇ ਭਰੋਸਾ ਕਰਨ ਵਾਲਾ ਬਣਾ ਰਹੀ ਹੈ, ਠੀਕ ਹੈ। ਇਟ ਬੈਟਰਸ ਹਿਜ਼ ਇਕਨੋਮਿਕ ਕੰਡੀਸ਼ਨ, ਜਿਹੜੀ ਲਿਟਰੇਸੀ ਹੈ ਉਹਦੀ ਇਕਨੋਮਿਕ ਕੰਡੀਸ਼ਨ ਨੂੰ ਵੀ ਬੈਟਰ ਕਰਦੀ ਹੈ। ਇਕਨੋਮਿਕ ਮਤਲਬ ਆਰਥਿਕ ਹਾਲਤ, ਉਸਦੀ ਆਰਥਿਕ ਹਾਲਤ ਨੂੰ ਵੀ ਬਿਹਤਰ ਕਰਦੀ ਹੈ। The earnings of a person who is literate are much more than those of an illiterate one. ਜਿਹੜਾ ਪੜ੍ਹਿਆ ਲਿਖਿਆ ਬੰਦਾ ਹੈ ਉਹਦੀ ਕਮਾਈ ਇੱਕ ਅਨਪੜ੍ਹ ਬੰਦੇ ਨਾਲੋਂ ਬਹੁਤ ਕਿਤੇ ਜ਼ਿਆਦਾ ਹੁੰਦੀ ਹੈ, much more। earnings ਮਤਲਬ ਕਮਾਈ। ਮੈਂ ਬੱਚੇ ਇਹ ਜਿਹੜੀ ਹੈ ਇਹ ਅਸੀਂ ਉਹ ਨਹੀਂ ਕਰ ਰਹੇ ਕਿ ਕਈ ਵਾਰ ਇਹ ਵੀ ਹੁੰਦਾ ਕਈ ਲੋਕ ਅਨਪੜ੍ਹ ਹੁੰਦੇ, ਬੜੇ ਵੱਡੇ ਵੱਡੇ ਬਿਜ਼ਨਸਮੈਨ ਹੁੰਦੇ ਆ, ਉਹ ਰੇਅਰ ਕੇਸ ਹੁੰਦੇ ਆ, ਘੱਟਵੱਧ ਹੀ ਹੁੰਦੇ। ਇਸ ਤਰ੍ਹਾਂ ਅਸੀਂ ਆਮ ਤੌਰ ਤੇ ਕੀ ਗੱਲ ਕਰਦੇ ਕਿ ਜਿਹੜੇ ਪੜ੍ਹੇ ਲਿਖੇ ਹੁੰਦੇ ਆ ਨਾ ਉਹਨਾਂ ਦੀ ਅਰਨਿੰਗਸ ਹੁੰਦੀਆਂ ਨਾ ਜਿਹੜੀਆਂ, ਉਹ ਇੱਕ ਅਨਪੜ੍ਹ ਬੰਦੇ ਨਾਲੋਂ ਕਿਤੇ ਜ਼ਿਆਦਾ ਹੁੰਦੀਆਂ ਨੇ, ਠੀਕ ਹੈ। ਦੀ ਅਰਨਿੰਗਸ ਆਫ ਅ ਪਰਸਨ ਹੂ ਇਜ਼ ਲਿਟਰੇਟ ਆਰ ਮਚ ਮੋਰ ਦੈਨ ਦੋਜ਼ ਆਫ ਐਨ ਇਲਿਟਰੇਟ ਵਨ, ਇੱਕ ਅਨਪੜ੍ਹ ਨਾਲੋਂ ਜ਼ਿਆਦਾ ਹੁੰਦੀ ਹੈ, ਠੀਕ ਹੈ। ਇਟ ਆਲਸੋ ਪ੍ਰਮੋਟ ਸੈਲਫ ਰਿਸਪੈਕਟ, ਜਿਹੜੀ ਲਿਟਰੇਸੀ ਹੈ ਸੈਲਫ ਰਿਸਪੈਕਟ ਨੂੰ ਵਧਾਉਂਦੀ ਹੈ, ਆਪਣੇ ਨਜ਼ਰਾਂ 'ਚ ਆਪਣੀ ਇੱਜ਼ਤ। ਹੁਣ ਤੁਸੀਂ ਨੋਟਿਸ ਕਰੋਗੇ ਜਦੋਂ ਆਪਾਂ ਇੱਕ ਟੌਪਿਕ ਲੈ ਰਹੇ ਹਾਂ ਨਾ, ਫਿਰ ਇੱਕ ਦੋ ਲਾਈਨਾਂ ਅਸੀਂ ਉਹਦੇ ਰਿਲੇਟਡ ਹੀ ਕਰ ਰਹੇ ਹਾਂ, ਹੈ ਨਾ। The individual does not consider himself inferior to others. ਸੈਲਫ ਰਿਸਪੈਕਟ ਕਿੱਦਾਂ ਵੱਧਦੀ ਹੈ, ਜਿਹੜਾ ਇੰਡੀਵਿਜੂਅਲ ਹੈ, ਉਹ ਜਿਹੜਾ ਵਿਅਕਤੀ ਹੈ, ਉਹ ਆਪਣੇ ਆਪ ਨੂੰ ਦੂਸਰਿਆਂ ਤੋਂ ਇਨਫੀਰੀਅਰ ਨਹੀਂ ਸਮਝਦਾ, ਨਹੀਂ ਕੰਸੀਡਰ ਕਰਦਾ। ਇਨਫੀਰੀਅਰ ਹੁੰਦਾ ਘਟੀਆ, ਜੋ ਜਿਹੜਾ ਪੜ੍ਹਿਆ ਲਿਖਿਆ ਬੰਦਾ ਹੈ ਨਾ ਉਹ ਆਪਣੇ ਆਪ ਨੂੰ ਦੂਸਰਿਆਂ ਤੋਂ ਘਟੀਆ ਨਹੀਂ ਸਮਝਦਾ, ਉਹਨੂੰ ਲੱਗਦਾ ਮੈਂ ਪੜ੍ਹਿਆ ਲਿਖਿਆ, ਮੈਂ ਵੀ ਇਹ ਗੱਲ ਕਰ ਸਕਦਾ, ਹੈ ਨਾ, ਮੈਂ ਕਿਤੇ ਇਨਫੀਰੀਅਰ ਨਹੀਂ ਆ, ਮੈਂ ਕਿਸੇ ਨਾਲੋਂ ਨੀਚੇ ਨਹੀਂ ਆ। ਫਰਦਰ, ਇਸ ਤੋਂ ਇਲਾਵਾ ਲਿਟਰੇਸੀ ਗਿਵਸ ਹਿਮ ਗ੍ਰੇਟਰ ਕੰਟਰੋਲ ਓਵਰ ਹਿਜ਼ ਓਨ ਲਾਈਫ, ਜਿਹੜੀ ਪੜ੍ਹਾਈ ਹੈ ਉਹ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਉੱਪਰ ਜ਼ਿਆਦਾ ਕੰਟਰੋਲਿੰਗ ਦੇ ਦਿੰਦੀ ਹੈ। ਅਸੀਂ ਆਪਣੀ ਜ਼ਿੰਦਗੀ ਨੂੰ ਜ਼ਿਆਦਾ ਕੰਟਰੋਲ ਕਰ ਸਕਦੇ ਹਾਂ। ਕਿਸ ਤਰ੍ਹਾਂ? he can write letters, read, sign, fill in forms, etc. ਮਤਲਬ ਅਸੀਂ ਦੇਖੋ ਲਿਖ ਸਕਦੇ ਹਾਂ, ਲੈਟਰ ਲਿਖ ਸਕਦੇ ਹਾਂ, ਮਤਲਬ ਸਾਨੂੰ ਦੂਸਰਿਆਂ ਦੇ ਉੱਪਰ ਨਿਰਭਰ ਨਹੀਂ ਰਹਿਣਾ ਪਏਗਾ, ਅਸੀਂ ਆਪਣੀ ਲਾਈਫ ਦੇ ਕੰਮ ਆਪ ਕੰਟਰੋਲ ਕਰ ਸਕਦੇ ਹਾਂ। we can write letters, we can read, we can sign, we can fill in forms. ਹੁਣ ਜਿਹੜਾ ਸਾਈਨ ਨਹੀਂ ਕਰਨਾ ਜਾਣਦਾ, ਤੁਸੀਂ ਦੇਖਿਆ ਹੋਏਗਾ, ਫਿਰ ਉਹ ਕਹੇਗਾ ਜੀ ਕੀ ਕਰਾਂ, ਮੈਨੂੰ ਤਾਂ ਸਾਈਨ ਨਹੀਂ ਕਰਨੇ ਆਉਂਦੇ, ਉਹ ਦੂਸਰਿਆਂ ਦੇ ਉੱਤੇ ਜ਼ਿਆਦਾ ਕੰਟਰੋਲ, ਦੂਸਰਿਆਂ ਦੇ ਅੰਡਰ ਉਹਦਾ ਜ਼ਿਆਦਾ ਕੰਟਰੋਲ ਹੁੰਦਾ ਹੈ ਨਾ। ਮੈਨੂੰ ਤਾਂ ਪੜ੍ਹਨਾ ਆਉਂਦਾ ਨਹੀਂ, ਤੂੰ ਪੜ੍ਹ ਮੇਰੀ ਲੈਟਰ। ਸੋ ਤੁਸੀਂ ਨੋਟਿਸ ਕਰਦੇ ਹੀ ਹੋਗੇ ਕਿ ਉਹਦੀ ਲਾਈਫ ਦੂਸਰਿਆਂ ਦੇ ਕੰਟਰੋਲ ਵਿੱਚ ਹੁੰਦੀ ਹੈ ਨਾ। he does not depend on others for these simple tasks. ਇਹ ਜਿਹੜੇ ਸਿੰਪਲ ਟਾਸਕ ਨੇ, ਬੜੇ ਸਿੰਪਲ ਕੰਮ ਨੇ, ਤਾਂ ਉਸ ਇਨਸਾਨ ਨੂੰ ਉਹਦੇ ਉੱਤੇ ਡਿਪੈਂਡ, ਕਿਸੇ ਹੋਰ ਉੱਤੇ ਡਿਪੈਂਡ ਨਹੀਂ ਕਰਨਾ ਪੈਂਦਾ, ਨਹੀਂ ਕਰਦਾ ਉਹ। he does not depend on others for these simple tasks. Literacy results in better health awareness and care. Literacy ਪੜ੍ਹਾਈ ਨਾਲ ਕੀ ਹੈ, ਤੁਹਾਡੇ ਅੰਦਰ ਹੈਲਥ ਅਵੇਅਰਨੈਸ ਆਉਂਦੀ ਹੈ, ਆਪਣੀ ਸਿਹਤ ਪ੍ਰਤੀ ਜਾਗਰੂਕਤਾ ਆਉਂਦੀ ਹੈ, ਠੀਕ ਹੈ, ਐਂਡ ਕੇਅਰ, ਤੇ ਉਹਦੀ ਧਿਆਨ ਕਿੱਦਾਂ ਰੱਖਣਾ, ਠੀਕ ਹੈ। The literate person understands the importance of a balanced diet. ਇੱਕ ਪੜ੍ਹੇ ਲਿਖੇ ਇਨਸਾਨ ਨੂੰ ਹੀ ਪਤਾ ਹੁੰਦਾ ਬੈਲੈਂਸ ਡਾਈਟ ਕੀ ਹੁੰਦਾ। ਤੁਸੀਂ ਕਿਸੇ ਅਨਪੜ੍ਹ ਨੂੰ ਕਹੋ ਜੀ ਸੰਤੁਲਿਤ ਆਹਾਰ ਕੀ ਹੁੰਦਾ, ਉਹਨੂੰ ਕੁਝ ਨਹੀਂ ਪਤਾ। ਇੱਕ ਜਿਹੜਾ ਪੜ੍ਹਿਆ ਲਿਖਿਆ ਹੈ ਉਹਨੂੰ ਪਤਾ ਹੈ
ਕਿ ਸੰਤੁਲਿਤ ਆਹਾਰ ਦੀ ਇੰਪੋਰਟੈਂਸ ਕੀ ਹੈ, ਉਹ ਸਾਡੀ ਜ਼ਿੰਦਗੀ ਦੇ ਵਿੱਚ ਕੀ ਰੋਲ ਅਦਾ ਕਰਦਾ ਹੈ ਨਾ। ਐਂਡ ਦ ਕਾਜ਼ ਆਫ ਅ ਸਰਟਨ ਡਿਜ਼ੀਜ਼, ਔਰ ਕੋਈ ਅਗਰ ਬਿਮਾਰੀ ਆ ਰਹੀ ਹੈ ਉਹਦਾ ਕੀ ਕਾਰਨ ਹੈ। ਜਿਵੇਂ ਤੁਸੀਂ ਨੋਟਿਸ ਕੀਤਾ ਹੋਏਗਾ, ਕਈ ਲੋਕ ਹੈ ਉਹਨਾਂ ਨੂੰ ਪਤਾ ਹੈ ਕਿ ਅਗਰ ਮੇਰੇ ਲੈਗਸ ਵਿੱਚ ਪ੍ਰੋਬਲਮ ਹੈ, ਇਟ ਮੀਨਸ ਮੈਂ ਇੰਨੀ ਦੇਰ ਮੈਂ ਖੜਾ ਰਹਿਣਾ, ਮੇਰੀ ਡਾਇਟ ਠੀਕ ਨਹੀਂ ਹੈ ਨਾ, ਜਾਂ ਮੇਰੇ ਅੰਦਰ ਪ੍ਰੋਟੀਨ ਦੀ ਕਮੀ ਹੈ। ਬੱਚੇ ਹੈ ਉਹਨਾਂ ਦੇ ਦੰਦ ਖਰਾਬ ਹੋ ਰਹੇ ਹੈ ਤਾਂ ਅਸੀਂ ਕਹਿੰਦੇ ਇਹਨਾਂ ਦੇ ਅੰਦਰ ਕੈਲਸ਼ੀਅਮ ਦੀ ਕਮੀ ਹੈ। ਕਿਸੇ ਬੱਚੇ ਦੀ ਹੱਡੀਆਂ ਕਮਜ਼ੋਰ ਹੈ, ਆਪਾਂ ਕਹਿੰਦੇ ਇਹਦੇ ਅੰਦਰ ਕੈਲਸ਼ੀਅਮ ਦੀ ਕਮੀ ਹੈ। ਠੀਕ ਹੈ, ਸੋ ਸਾਨੂੰ ਪਤਾ ਹੈ ਕਿ ਇਹ ਬਿਮਾਰੀ ਸਰਟਨ ਡਿਜ਼ੀਜ਼ ਇਹਦਾ ਕੀ ਕਾਰਨ ਹੋ ਸਕਦਾ ਹੈ। ਹੁਣ ਅੱਜ ਕੱਲ ਤਾਂ ਰੇਡੀਓਜ਼ ਦੇ ਵਿੱਚ, ਟੀਵੀ ਦੇ ਵਿੱਚ ਬਹੁਤ ਇਹ ਚੀਜ਼ ਐਡ ਦੱਸੀ ਜਾਂਦੀ ਹੈ ਕਿ ਜੇਕਰ ਬੱਚੇ ਹੈ ਉਹਨਾਂ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗ ਰਿਹਾ, ਕਨਸੈਂਟਰੇਸ਼ਨ ਨਹੀਂ ਬਣ ਰਹੀ ਹੈ ਨਾ, ਤਾਂ ਇਹ ਉਹ ਕੀ ਹੈ, ਅਨੀਮੀਆ ਦੀ ਨਿਸ਼ਾਨੀ ਹੋ ਸਕਦੀ ਹੈ। ਬਲੱਡ ਦੀ ਕਮੀ ਹੈ ਨਾ, ਹੀਮੋਗਲੋबिन ਦੀ ਕਮੀ ਹੈ, ਆਇਰਨ ਦੀ ਕਮੀ ਹੈ। ਸੋ ਆਇਰਨ ਦੀ ਕਮੀ ਪੂਰਾ ਕਰਨ ਲਈ ਤੁਸੀਂ ਪਾਲਕ ਖਾਓ ਤੇ ਆਇਰਨ ਦੇ ਭਾਂਡੇ ਦੇ ਵਿੱਚ ਖਾਣਾ ਬਣਾਓ ਆਪਣਾ। ਸੋ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਡਿਜ਼ੀਜ਼ ਦਾ ਕੀ ਕਾਰਨ ਹੈ, ਐਂਡ ਯੂ ਟੇਕ ਪ੍ਰੀਵੈਂਟਿਵ ਮੈਜਰਸ। ਪ੍ਰੀਵੈਂਟਿਵ ਮਤਲਬ ਉਹਨੂੰ ਬਚਾਉਣ ਦੇ ਲਈ ਤੁਸੀਂ ਕਦਮ ਚੁੱਕਦੇ ਹੋ। ਇੱਥੇ ਮੈਜਰਸ ਦਾ ਮਤਲਬ ਹੈ ਕਦਮ ਚੁੱਕਦੇ ਹੋ, ਤੁਸੀਂ ਉਹਦੇ ਬਚਾਅ ਲਈ ਕਦਮ ਚੁੱਕਦੇ ਹੋ। ਠੀਕ ਹੈ, ਸੋ ਵੈਨ ਯੂ ਗੈਟ ਟੂ ਨੋ what is the reason behind this thing, you take preventive measures। ਤੁਸੀਂ ਉਸ ਨੂੰ ਪ੍ਰੀਵੈਂਟ ਕਰਨ ਲਈ ਪ੍ਰੀਵੈਂਟਿਵ ਮੈਜਰਸ ਲੈਂਦੇ ਹੋ, ਉਸ ਬਿਮਾਰੀ ਤੋਂ ਬਚਾਅ ਲਈ ਕਦਮ ਚੁੱਕਦੇ ਹੋ। ਠੀਕ ਹੈ, ਹਾਂਜੀ ਬੇਟਾ, if you have any questions you can ask me। ਹਾਂਜੀ ਬਲਜੀਤ ਕੌਰ। Good afternoon, ma'am. ਹਾਂਜੀ, good afternoon। Ma'am, please tell me again the meaning of self-reliant. ਰਿਲਾਇੰਟ, ਬੱਚੇ ਸੈਲਫ ਰਿਲਾਇੰਟ। Reliant. ਸੈਲਫ ਰਿਲਾਇੰਟ ਦੇਖੋ, ਸੈਲਫ ਰਿਲਾਇੰਟ ਹੁੰਦਾ ਹੈ ਆਪਣੇ ਉੱਪਰ ਯਕੀਨ, ਆਪਣੇ ਤੇ ਵਿਸ਼ਵਾਸ, ਆਪਣੇ ਤੇ ਸਵੈ ਭਰੋਸਾ। Okay, ma'am. ਨਾ? Okay, ma'am. And ma'am, what is the meaning of certain? Certain, Certain. certain ਮਤਲਬ ਨਿਸ਼ਚਿਤ। ਹੁਣ ਇੱਥੇ ਮਤਲਬ ਹੈ and the cause of a certain disease, ਵੀ ਫਲਾਨੀ ਬਿਮਾਰੀ ਦਾ ਇਸ ਬਿਮਾਰੀ ਦਾ ਕੀ cause ਹੈ, ਕੀ ਕਾਰਨ ਹੈ। certain means, ਵੈਸੇ certain ਦਾ ਮਤਲਬ ਹੁੰਦਾ ਨਿਸ਼ਚਿਤ, ਇੱਥੇ certain ਦਾ ਮਤਲਬ ਹੈ ਕਿ ਕਿਸੇ ਬਿਮਾਰੀ ਦਾ ਕੀ ਕਾਰਨ ਹੈ, ਕਿਸੇ ਇੱਕ ਬਿਮਾਰੀ ਦਾ ਕੀ ਕਾਰਨ ਹੈ। ਠੀਕ ਹੈ। Yes, ma'am. Okay, ma'am. ਪ੍ਰੀਵੈਂਟਿਵ, ਇੱਕ ਮਿੰਟ ਹੋਰ ਵੀ ਆਏ ਆ ਕੁਐਸਚਨਸ। ਅਵੇਅਰਨੈਸ, ਬੱਚੇ ਅਵੇਅਰਨੈਸ ਦਾ ਇਨਫੀਰੀਅਰ ਸਭ ਤੋਂ ਪਹਿਲੇ ਆਇਆ। ਇਨਫੀਰੀਅਰ ਮਤਲਬ ਘਟੀਆ, ਲਾਈਕ ਯੂ ਡੋਂਟ ਕੰਸੀਡਰ yourself inferior to others। ਤੁਸੀਂ ਆਪਣੇ ਆਪ ਨੂੰ ਦੂਸਰੇ ਤੋਂ ਘਟੀਆ ਨਹੀਂ ਸਮਝਦੇ। ਫਿਰ ਹੁੰਦੇ ਆ ਨਾ ਕਈ ਵਾਰ ਸਾਡੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਆ ਜਾਂਦਾ ਹੈ ਕਿ ਪਤਾ ਨਹੀਂ ਜੇ ਮੈਂ ਉੱਥੇ ਚਾਹੂੰਗੀ ਮੈਂ ਪਤਾ ਨਹੀਂ ਠੀਕ ਬੋਲਾਂਗੀ ਕਿ ਨਹੀਂ, ਮੈਂ ਉਸ ਤੋਂ ਜ਼ਿਆਦਾ ਵਧੀਆ ਨਹੀਂ ਬੋਲਦੀ। ਇਹਨੂੰ ਇਨਫੀਰੀਓਰਿਟੀ ਕੰਪਲੈਕਸ ਕਹਿੰਦੇ ਆ ਕਿ ਉਹ ਮੇਰੇ ਤੋਂ ਜ਼ਿਆਦਾ ਵਧੀਆ, ਉਹ ਮੇਰੇ ਤੋਂ ਜ਼ਿਆਦਾ ਵਧੀਆ। ਇਹਨੂੰ ਕੀ ਕਹਿੰਦੇ ਆ, ਇਨਫੀਰੀਓਰਿਟੀ ਕੰਪਲੈਕਸ। ਤੁਸੀਂ ਆਪਣੇ ਆਪ ਨੂੰ ਦੂਸਰਿਆਂ ਤੋਂ ਘਟੀਆ ਸਮਝਦੇ ਹੋ, ਹਲਕਾ ਸਮਝਦੇ ਹੋ, ਇਨਫੀਰੀਅਰ ਸਮਝਦੇ ਹੋ। ਠੀਕ ਹੈ। ਅਵੇਅਰਨੈਸ ਇਸ ਜਾਗਰੂਕਤਾ, ਠੀਕ ਹੈ, ਰਵਨੀਤ ਕੌਰ ਨੇ ਲਿਖ ਦਿੱਤਾ। ਪ੍ਰੀਵੈਂਟਿਵ ਹੁੰਦਾ ਹੈ, ਪ੍ਰੀਵੈਂਟ ਹੁੰਦਾ ਹੈ ਕਿਸੇ ਚੀਜ਼ ਤੋਂ ਬਚਾਅ ਕਰਨਾ। ਪ੍ਰੀਵੈਂਟਿਵ ਮਤਲਬ ਬਚਾਅ ਕਰਨ ਵਾਲੇ, ਬਚਾਅ ਕਰਨ ਵਾਲੇ। ਤੁਹਾਨੂੰ ਪਤਾ ਚੱਲ ਗਿਆ ਕਿ ਮੈਨੂੰ ਇਹ ਵਾਲੀ ਡਿਜ਼ੀਜ਼ ਹੈ, ਤਾਂ ਉਸ ਤੋਂ ਬਚਾਅ ਕਰਨ ਲਈ ਤੁਸੀਂ ਪ੍ਰੀਵੈਂਟਿਵ ਮੈਜਰਸ ਲੈਂਦੇ ਹੋ, ਬਚਾਅ ਕਰਨ ਵਾਲੇ। ਠੀਕ ਹੈ। ਐਂਡ ਅਵੇਅਰਨੈਸ ਮੀਨਸ ਜਾਗਰੂਕ ਹੋਣਾ। ਠੀਕ ਹੈ। ਇੰਡੀਵਿਜੂਅਲ, ਬੱਚੇ ਇੰਡੀਵਿਜੂਅਲ, ਵੈਸੇ ਤਾਂ ਇੰਡੀਵਿਜੂਅਲ ਦਾ ਮਤਲਬ ਹੁੰਦਾ ਹੈ ਵਿਅਕਤੀਗਤ, ਹੈ ਨਾ। ਜਿਵੇਂ ਮੈਂ ਤੁਹਾਨੂੰ ਮੈਸੇਜ ਭੇਜਾਂ, ਇੱਕ ਮੈਂ ਮੈਸੇਜ ਭੇਜਾਂ ਗਰੁੱਪ ਦੇ ਵਿੱਚ, ਇੱਕ ਮੈਂ ਤੁਹਾਨੂੰ ਇੰਡੀਵਿਜੂਅਲੀ ਮੈਸੇਜ ਭੇਜਾਂ। ਸਮਝ ਗਏ ਨਾ। ਇੰਡੀਵਿਜੂਅਲੀ ਮਤਲਬ ਵਿਅਕਤੀਗਤ ਤੌਰ ਤੇ ਇੱਕ ਇੱਕ ਕਰਕੇ ਕਿਸੇ ਇੱਕ ਵਿਅਕਤੀ ਨੂੰ ਇੱਕ। ਸੋ ਇੱਥੇ ਇੰਡੀਵਿਜੂਅਲ ਦਾ ਮਤਲਬ ਹੋ ਗਿਆ ਇੱਕ ਵਿਅਕਤੀ, ਆਪਾਂ ਕਹਿ ਸਕਦੇ ਹਾਂ। ਠੀਕ ਹੈ। ਪ੍ਰੀਵੈਂਟਿਵ ਮੀਨਸ ਇੰਟੈਂਡਡ ਟੂ ਸਟਾਪ, ਇੰਟੈਂਡਡ ਟੂ ਸਟਾਪ। ਹਾਂ, ਠੀਕ ਹੈ। ਸੋ ਇੰਡੀਵਿਜੂਅਲ ਦਾ ਮਤਲਬ ਸਮਝ ਆ ਗਿਆ। ਵਰਥ ਲਿਵਿੰਗ, ਵਰਥ ਲਿਵਿੰਗ ਦਾ ਮਤਲਬ ਹੁੰਦਾ ਹੈ ਰਹਿਣ ਯੋਗ, ਰਹਿਣ ਯੋਗ। ਠੀਕ ਹੈ। ਪਰਸਨਲੀ ਕਹਿ ਸਕਦੇ ਹੋ, ਇਨ ਪਰਸਨ। ਇੰਡੀਵਿਜੂਅਲ ਮਤਲਬ ਪਰਸਨ, ਇੱਕ ਇੰਡੀਵਿਜੂਅਲ ਕੀ ਹੈ, ਇੱਕ ਪਰਸਨ ਹੈ। ਠੀਕ ਹੈ, ਬੋਲ ਸਕਦੇ ਹਾਂ। ਇੰਡੀਵਿਜੂਅਲੀ ਮੀਨਸ ਪਰਸਨਲੀ, ਇੰਡੀਵਿਜੂਅਲ ਮੀਨਸ ਪਰਸਨ ਅਸੀਂ ਕਹਿ ਸਕਦੇ ਹਾਂ। ਠੀਕ ਹੈ, ਪਰਸਨ ਕਹਿ ਸਕਦੇ ਹਾਂ। ਹਾਂਜੀ, ਹੋਰ ਕਿਸੇ ਦਾ ਕੋਈ ਕੁਐਸਚਨ?
गुड इवनिंग मैम। हाँ जी, गुड इवनिंग। मैम फर्स्ट वाला पैराग्राफ रिपीट कर दो। इंडीड अ ब्लेसिंग वाला। यस मैम। ओके, देखो लिटरेसी असल ਦੇ ਵਿੱਚ ਬਲੇਸਿੰਗ ਹੈ। ਅਸਲ ਦੇ ਵਿੱਚ ਕੀ ਹੈ, ਇੱਕ ਅਸੀਸ ਹੈ, ਇੱਕ ਸਾਡੇ ਤੇ ਕਿਰਪਾ ਹੈ। ਇੱਕ ਅਗਰ ਅਸੀਂ ਲਿਟਰੇਟ ਆ, ਜਿਹੜੀ ਪੜ੍ਹਾਈ ਹੈ ਉਹ ਸਾਡੇ ਲਈ ਜਿਹੜੀ ਇੱਕ ਸਾਖਰਤਾ ਜਿਹੜੀ ਹੈ ਨਾ, ਉਹ ਸਾਡੇ ਲਈ ਕੀ ਹੈ, ਇੱਕ ਕਿਰਪਾ ਹੈ, ਬਲੇਸਿੰਗ ਹੈ। It enables an individual, एक इंसान ਨੂੰ किस योग बनाती है to lead a full life, कि अपनी लाइफ ਨੂੰ पूरे तरीके जिए। ठीक है, लिटरेसी मेक्स अ पर्सन सेल्फ रिलायंट, साखरता इंसान ਨੂੰ अपने आप ਤੇ ਭਰੋਸਾ ਕਰਨਾ ਸਿਖਾਉਂਦੀ ਹੈ, ਸਵੈ ਭਰੋਸੇ ਵਾਲਾ ਬਣਾਉਂਦੀ ਹੈ, ਸੈਲਫ ਰਿਲਾਇੰਟ, ਸਵੈ ਭਰੋਸੇ ਵਾਲਾ ਬਣਾਉਂਦੀ ਹੈ। It betters his economic condition, ਜਿਹੜੀ ਸਾਖਰਤਾ ਹੈ ਉਹ ਸਾਡੀ ਇਕਨੋਮਿਕ ਕੰਡੀਸ਼ਨ ਨੂੰ ਬੈਟਰ ਕਰਦੀ ਹੈ। ਇਕਨੋਮਿਕ ਕੰਡੀਸ਼ਨ ਮਤਲਬ ਆਰਥਿਕ ਹਾਲਾਤ, ਹੈ ਨਾ, ਸਾਡੇ ਆਰਥਿਕ ਹਾਲਾਤਾਂ ਨੂੰ ਬੈਟਰ ਕਰਦੀ ਹੈ। The earnings of a person who is literate are much more than those of an illiterate one। ਜਿਹੜੀ ਕਿਸੇ ਪੜ੍ਹੇ ਲਿਖੇ ਪਰਸਨ ਦੀ ਜਿਹੜੀ ਅਰਨਿੰਗਸ ਹੁੰਦੀਆਂ ਨੇ, ਅਰਨਿੰਗ ਮਤਲਬ ਜੋ ਕਮਾਈ ਕਰਦਾ ਹੈ, ਉਹ ਕਿਸੇ ਇਲਿਟਰੇਟ ਨਾਲੋਂ ਬਹੁਤ ਜ਼ਿਆਦਾ ਹੁੰਦੀਆਂ ਨੇ। ਠੀਕ ਹੈ, ਸਮਝ ਆ ਗਿਆ? ਓਕੇ, ਹਾਂਜੀ। ਡੈਮੋਕ੍ਰੈਟਿਕ ਪ੍ਰੋਸੈਸ ਮੀਨਸ ਲੋਕਤਾਂਤਰਿਕ ਪ੍ਰਕਿਰਿਆ। ਠੀਕ ਹੈ, ਸਾਨੂੰ ਆਪਣਾ ਪਤਾ ਚੱਲਦਾ ਹੈ ਨਾ ਕਿ ਲੋਕਤੰਤਰ ਕੀ ਹੁੰਦਾ ਹੈ, ਲੋਕਤੰਤਰ ਦੇ ਵਿੱਚ ਸਾਡੇ ਰਾਈਟਸ ਕੀ ਹੈ, ਸਾਡੀ ਡਿਊਟੀਜ਼ ਕੀ ਹੈ, ਅਸੀਂ ਆਪਣਾ ਰਿਪਰੈਜ਼ੈਂਟੇਟਿਵ ਕਿੱਦਾਂ ਚੁਣਨਾ ਹੈ, ਅਸੀਂ ਆਪਣੇ MLAs ਕਿੱਦਾਂ ਚੁਣਨੇ ਹੈ, ਅਸੀਂ ਆਪਣੇ MPs ਕਿੱਦਾਂ ਚੁਣਨਾ ਹੈ, ਅਸੀਂ ਆਪਣਾ ਪ੍ਰਾਈਮ ਮਿਨਿਸਟਰ ਕਿੱਦਾਂ ਚੁਣਨਾ ਹੈ, ਅਸੀਂ ਆਪਣਾ ਨੁਮਾਇੰਦਾ, ਆਪਣਾ ਰਿਪਰੈਜ਼ੈਂਟੇਟਿਵ ਕਿੱਦਾਂ ਚੁਣਨਾ ਹੈ। ਪ੍ਰਮੋਟਸ ਮਤਲਬ ਬੱਚੇ ਪ੍ਰਮੋਟ ਕਰਨਾ, ਵਧਾਣਾ। ਪ੍ਰਮੋਟ ਮੀਨਸ ਵਧਾਣਾ। ठीक है, promotes। Okay, coming to next, besides this, now we have two words, beside and besides। beside ਦਾ ਮਤਲਬ ਹੁੰਦਾ ਨਾਲ, like he was sitting beside me, ਉਹ ਮੇਰੇ ਨਾਲ ਬੈਠਾ ਹੋਇਆ ਸੀ। besides ਮਤਲਬ ਇਸ ਤੋਂ ਇਲਾਵਾ, besides means ਇਸ ਤੋਂ ਇਲਾਵਾ। literacy promotes environmental awareness, ਜਿਹੜੀ ਸਾਖਰਤਾ ਹੈ ਉਹ ਸਾਡੇ ਅੰਦਰ ਆਪਣੇ ਇਨਵਾਇਰਨਮੈਂਟ ਦੇ ਪ੍ਰਤੀ ਵੀ ਜਾਗਰੂਕਤਾ ਨੂੰ ਵਧਾਉਂਦੀ ਹੈ। ਸਾਡਾ ਆਲਾ ਦੁਆਲਾ ਇਨਵਾਇਰਨਮੈਂਟ ਹੈ ਨਾ, ਉਹ ਕਿੱਦਾਂ ਦਾ ਹੋਣਾ ਚਾਹੀਦਾ ਹੈ। ਦੇਖੋ ਅੱਗੇ ਇਹਨੂੰ ਐਕਸਪਲੇਨ ਕੀਤਾ ਹੋਇਆ, the individual ensures, ਇੱਕ ਇਨਸਾਨ ਹੈ ਜਿਹੜਾ ਜੋ ਪੜ੍ਹਿਆ ਲਿਖਿਆ ਹੈ, ਉਹ ਇਸ ਚੀਜ਼ ਨੂੰ ਯਕੀਨੀ ਬਣਾਉਂਦਾ ਹੈ। ensure means ਯਕੀਨੀ ਬਣਾਉਣਾ, that his surroundings are neat and clean, ਕਿ ਉਹਦੀ ਜਿਹੜੀ ਸਰਾਊਂਡਿੰਗਸ ਹੈ, ਉਹਦੇ ਆਲੇ ਦੁਆਲੇ ਚ ਹਰ ਚੀਜ਼ ਜਿਹੜੀ ਹੈ ਨੀਟ ਐਂਡ ਕਲੀਨ ਹੈ। ਹੁਣ ਅਸੀਂ ਇਨਵਾਇਰਨਮੈਂਟ ਦੀ ਗੱਲ ਕੀਤੀ ਹੈ ਤਾਂ ਅਸੀਂ 2-3 ਲਾਈਨਸ ਇਨਵਾਇਰਨਮੈਂਟ ਤੇ ਲਿਖਣੀਆਂ ਨੇ, ਹੈ ਨਾ। ਟਰੀਜ਼ ਆਰ ਨਾਟ ਕੱਟ ਡਾਊਨ, ਪੇੜ ਕੱਟੇ ਨਹੀਂ ਜਾਂਦੇ। ਇਨਡਿਸਕ੍ਰਿਮੀਨੇਟਲੀ, ਸੋ ਇਨਡਿਸਕ੍ਰਿਮੀਨੇਟਲੀ ਦਾ ਮਤਲਬ ਹੁੰਦਾ ਕੇਅਰਲੈਸਲੀ। ਇਨਡਿਸਕ੍ਰਿਮੀਨੇਟਲੀ ਮੀਨਸ ਕੇਅਰਲੈਸਲੀ, ਬਿਨਾਂ ਸੋਚੇ ਸਮਝੇ। ਰੁੱਖਾਂ ਨੂੰ, ਜੇ ਅਸੀਂ ਪੜ੍ਹੇ ਲਿਖੇ ਹੋਵਾਂਗੇ ਨਾ ਤਾਂ ਅਸੀਂ ਰੁੱਖਾਂ ਨੂੰ ਬਿਨਾਂ ਸੋਚੇ ਸਮਝੇ ਅੰਨੇਵਾਹ, ਵੈਰੀ ਗੁੱਡ, ਅੰਨੇਵਾਹ ਅਸੀਂ ਨਹੀਂ ਕੱਟਾਂਗੇ। ਠੀਕ ਹੈ, instead means ਇਹਦੀ ਬਜਾਏ more trees are planted, ਹੋਰ trees ਨੂੰ plant ਕੀਤਾ ਜਾਂਦਾ, ਹੋਰ trees ਲਗਾਏ ਜਾਂਦੇ ਹਨ। plant ਕਰਨਾ ਮਤਲਬ ਰੁੱਖਾਂ ਨੂੰ ਲਗਾਉਣਾ, ਇਸ ਦੀ ਬਜਾਏ ਕੀ ਕਰਦੇ ਹਾਂ ਅਸੀਂ, ਰੁੱਖਾਂ ਨੂੰ ਲਗਾਉਂਦੇ। ਠੀਕ ਹੈ, the individual becomes aware of his duties as well as of rights, this helps prevent exploitation। ਹੁਣ ਦੇਖੋ ਅੱਗੇ ਆਪਾਂ ਗੱਲ ਕਰ ਰਹੇ ਹਾਂ ਕਿ ਪੜ੍ਹਾਈ ਨਾਲ ਕੀ ਹੁੰਦਾ ਹੈ, ਅਸੀਂ ਆਪਣੇ ਡਿਊਟੀਜ਼ ਔਰ ਆਪਣੇ ਰਾਈਟਸ ਦੇ ਪ੍ਰਤੀ ਅਵੇਅਰ ਹੋ ਜਾਂਦੇ ਹਾਂ। ਸਾਨੂੰ ਪਤਾ ਹੈ ਅਗਰ ਇਹ ਸਾਡੀ ਡਿਊਟੀ ਹੈ ਤੇ ਇਹ ਸਾਡੇ ਰਾਈਟਸ ਵੀ ਨੇ, ਇਹ ਸਾਡੇ ਹੱਕ ਵੀ ਨੇ। ਠੀਕ ਹੈ ਨਾ, ਹੁਣ ਜਿਵੇਂ ਕਿ ਅਸੀਂ ਕਹਿੰਦੇ ਆ ਇੱਕ 14 ਸਾਲ ਦੇ ਬੱਚੇ ਨੂੰ ਤੁਸੀਂ ਕਿਸੇ ਫੈਕਟਰੀ ਵਿੱਚ ਜਾਂ ਕਿਤੇ ਵੀ ਤੁਸੀਂ ਕੰਮ ਨਹੀਂ ਕਰਾ ਸਕਦੇ, ਜਿਹਨੂੰ ਅਸੀਂ ਚਾਈਲਡ ਲੇਬਰ ਕਹਿੰਦੇ ਹਾਂ, ਹੈ ਨਾ। ਜੇ ਮੈਨੂੰ ਪਤਾ ਹੀ ਨਹੀਂ ਹੋਏਗਾ ਕਿ ਕੋਈ ਮੇਰੇ ਬੱਚੇ ਨੂੰ ਆ ਕੇ ਕਹਿ ਰਿਹਾ ਹੈ ਕਿ ਅਸੀਂ ਤੈਨੂੰ ਨਾ ਏਦਾਂ ਕਰਾਂਗੇ, 2000 ਰੁਪਏ ਦੇਵਾਂਗੇ, ਤੂੰ ਆ ਕੇ ਸਾਡੇ ਇੱਥੇ ਕੰਮ ਕਰ ਲੈ ਫੈਕਟਰੀ ਦੇ ਵਿੱਚ, ਹੈ ਨਾ। ਬਹੁਤ ਜਗ੍ਹਾ ਤੇ ਕੀਤਾ ਜਾਂਦਾ ਹੈ,
ਤੇ ਜਿਹੜੇ ਲੋਕ ਲਿਟਰੇਟ ਨਹੀਂ ਹੁੰਦੇ, ਇਲਿਟਰੇਟ ਹੁੰਦੇ, ਉਹ ਭੇਜ ਦਿੰਦੇ ਆਪਣੇ ਬੱਚਿਆਂ ਨੂੰ। ਉਹਨਾਂ ਨੂੰ ਨਹੀਂ ਪਤਾ ਕਿ ਇਹ ਉਹਨਾਂ ਦਾ ਰਾਈਟ ਹੈ ਕਿ ਉਹ 14 ਸਾਲ ਤੋਂ ਘੱਟ ਦੇ ਬੱਚੇ ਨੂੰ ਉਹ ਕੰਮ ਦੇ ਉੱਤੇ ਕੋਈ ਇਹਨਾਂ ਨੂੰ ਲਗਾ ਨਹੀਂ ਸਕਦਾ। ਦੂਜੀ ਗੱਲ, ਮੰਨ ਲਓ ਆਪਾਂ ਕਹੀਏ ਕਿ ਇੱਕ ਦਿਨ ਦੀ ਜਿਹੜੀ ਅੱਜ ਕੱਲ ਲੇਬਰ ਚੱਲ ਰਹੀ ਹੈ, ਜਿਹੜੇ ਲੇਬਰ ਵਾਲੇ ਬੰਦੇ ਹੁੰਦੇ 550 ਰੁਪਏ ਦਿਹਾੜੀ ਲੈ ਕੇ ਜਾਂਦੇ ਹੈ ਨਾ, ਡੇਲੀ ਵੇਜ ਜਿਹੜੇ ਹੈ। ਹੁਣ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਹੈ, ਉਹ 300 ਰੁਪਏ ਜਾਂ 400 ਰੁਪਏ ਚ ਕੰਮ ਕਰੇ, ਇਟ ਮੀਨਸ ਉਹਨੂੰ ਉਹਦੇ ਰਾਈਟ ਪਤਾ ਹੀ ਨਹੀਂ ਹੈ, ਤੇ ਅਸੀਂ ਉਹਦੇ ਤੋਂ ਘੱਟ ਪੈਸਿਆਂ ਵਿੱਚ ਕੰਮ ਕਰਾ ਰਹੇ ਹਾਂ। ਇਟ ਮੀਨਸ ਅਸੀਂ ਉਹਨੂੰ ਕੀ ਕਰ ਰਹੇ ਹਾਂ, ਐਕਸਪਲੋਇਟ ਕਰ। ਠੀਕ ਹੈ, ਆਈ ਥਿੰਕ ਸਮਝ ਆ ਗਿਆ ਹੋਏਗਾ ਐਕਸਪਲੋਇਟੇਸ਼ਨ ਦਾ ਮਤਲਬ। ਜਦੋਂ ਸਾਨੂੰ ਪਤਾ ਚੱਲ ਜਾਂਦਾ ਨਾ ਕਿ ਇਹ ਸਾਡਾ ਰਾਈਟ ਹੈ, ਕੋਈ ਸਾਡੇ ਤੋਂ ਇਹ ਫालतू ਕੰਮ ਨਹੀਂ ਕਰਵਾ ਸਕਦਾ, ਜਾਂ ਇਹ ਸਾਡੀ ਡਿਊਟੀ ਵੀ ਹੈ, ਸਾਨੂੰ ਇਹ ਕੰਮ ਕਰਨਾ ਹੈ ਤੇ ਇਹ ਕੰਮ ਸਾਡਾ ਹੱਕ ਹੈ, ਉਹ ਅਸੀਂ ਲੈਣਾ ਹੈ, ਤਾਂ ਫਿਰ ਕੀ ਹੁੰਦਾ ਉਹਦੇ ਨਾਲ ਤੁਸੀਂ ਦਿਸ ਹੈਲਪਸ ਪ੍ਰੀਵੈਂਟ, ਇਹਦੇ ਨਾਲ ਸਾਨੂੰ ਕਿਸ ਚ ਮਦਦ ਮਿਲਦੀ ਹੈ, ਐਕਸਪਲੋਇਟ ਹੋਣ ਤੋਂ ਬਚਣ ਵਿੱਚ ਮਦਦ। ਸ਼ੋਸ਼ਣ, ਵੈਰੀ ਗੁੱਡ, ਸ਼ੋਸ਼ਣ ਕਹਿੰਦੇ ਆ ਨਾ ਜਿਹਨੂੰ ਅਸੀਂ। ਤੇ ਉਹਦੇ ਨਾਲ ਕੀ ਹੈ, ਜਿਵੇਂ ਆਪਾਂ ਕਹਿੰਦੇ ਆ ਕਿ ਸ਼ੋਸ਼ਣ ਕੀਤਾ ਜਾਂਦਾ, ਗਰੀਬਾਂ ਦਾ ਸ਼ੋਸ਼ਣ ਕੀਤਾ ਜਾਂਦਾ, ਤਾਂ that is exploitation। ਠੀਕ ਹੈ, ਨਾਓ ਲਿਟਰੇਸੀ, ਉਸ ਤੋਂ ਬਾਅਦ ਆਪਾਂ ਨੈਕਸਟ ਗੱਲ ਕਰ ਰਹੇ ਹਾਂ, ਲਿਟਰੇਸੀ ਇਨਕਰੀਜ਼ਸ ਪਾਰਟਿਸਿਪੇਸ਼ਨ ਇਨ ਦ ਡੈਮੋਕ੍ਰੈਟਿਕ ਪ੍ਰੋਸੈਸ। ਸਾਨੂੰ ਲੋਕਤੰਤਰਿਕ ਕਿਰਿਆਵਾਂ ਦੇ ਵਿੱਚ, ਲੋਕਤੰਤਰਿਕ ਪ੍ਰਕਿਰਿਆ ਦੇ ਵਿੱਚ ਲਿਟਰੇਸੀ ਸਾਡੀ ਪਾਰਟਿਸਿਪੇਸ਼ਨ ਨੂੰ ਵਧਾਉਂਦੀ ਹੈ, ਸਾਡੇ ਯੋਗਦਾਨ ਨੂੰ ਵਧਾਉਂਦੀ ਹੈ। ਕਿੱਦਾਂ? The literate person realizes the value of his vote and casts it in favor of the best candidate। ਹੁਣ ਦੇਖੋ, ਜਿਹੜਾ ਪੜ੍ਹਿਆ ਲਿਖਿਆ ਹੈ ਉਹਨੂੰ ਪਤਾ ਹੈ ਮੇਰੇ ਵੋਟ ਦੀ ਕੀ ਵੈਲਿਊ ਹੈ, ਉਹਨੇ ਰਿਅਲਾਈਜ਼ ਕੀਤਾ ਹੈ, ਉਹਨੂੰ ਇਸ ਚੀਜ਼ ਦੀ ਅਕਲ ਆ ਗਈ, ਇਸ ਚੀਜ਼ ਦੀ ਪਛਾਣ ਆ ਗਈ ਹੈ ਕਿ ਮੇਰੇ ਵੋਟ ਦੀ ਕੀ ਵੈਲਿਊ ਹੈ। ਐਂਡ ਹੀ ਕਾਸਟਸ ਹਿਸ, ਕਾਸਟ ਹੁੰਦਾ ਹੈ ਵੋਟ ਪਾਣਾ, ਉਹ ਆਪਣਾ ਵੋਟ ਬੈਸਟ ਕੈਂਡੀਡੇਟ ਨੂੰ ਪਾਏਗਾ। ਦੇਖੋ ਤੁਸੀਂ ਅਨਪੜ੍ਹ ਹੋ, ਤੁਹਾਨੂੰ ਪਤਾ ਹੀ ਨਹੀਂ, ਪਹਿਲੀ ਗੱਲ ਤਾਂ ਆਪਾਂ ਨੂੰ ਪਤਾ ਨਹੀਂ ਵੋਟ ਪਾਣਾ ਕੀ ਹੁੰਦਾ ਹੈ। ਚਲੋ ਇਹ ਪਤਾ ਵੀ ਚੱਲ ਗਿਆ ਜੀ ਵੋਟ ਪਾਵਾਂਗੇ, ਹੁਣ ਸਾਨੂੰ ਨਹੀਂ ਪਤਾ ਕਿ ਕਿਸ ਨੇ ਕਿਹੜੇ ਕੰਮ ਕੀਤੇ, ਇਹ ਪਾਰਟੀ ਹੈ, ਪਾਰਟੀ ਹੈ, ਪਾਰਟੀ ਹੈ। ਮੈਨੂੰ ਨਹੀਂ ਪਤਾ ਤਿੰਨੋਂ ਪਾਰਟੀਆਂ ਦੇ ਵਿੱਚ ਕਿਹੜਾ ਕੈਂਡੀਡੇਟ ਹੈ, ਕਿਸ ਕੈਂਡੀਡੇਟ ਨੇ ਕੀ ਕੰਮ ਕਰਿਆ, ਕਿਉਂਕਿ ਆਈ ਐਮ ਇਲਿਟਰੇਟ, ਮੈਨੂੰ ਪਤਾ ਹੀ ਨਹੀਂ। ਮੈਂ ਕਿਸੇ ਨੂੰ ਵੀ ਆਪਣੀ ਮਰਜ਼ੀ ਨਾਲ ਵੋਟ ਕਾਸਟ ਕਰਾਂਗੀ ਹਾਂ। ਠੀਕ ਹੈ, ਮੈਨੂੰ ਨਹੀਂ ਪਤਾ who is best among them, ਇਹਨਾਂ ਦੇ ਵਿੱਚੋਂ ਬੈਸਟ ਕਿਹੜਾ ਹੈ। ਠੀਕ ਹੈ, ਸੋ ਬਟ the literate person, he realizes the value of his vote। ਉਹਨੂੰ ਪਤਾ ਹੈ ਮੇਰੇ ਵੋਟ ਦੀ ਕੀ ਵੈਲਿਊ ਹੈ, ਸਾਡੇ ਇੱਕ ਵੋਟ ਦੀ ਕੀ ਵੈਲਿਊ ਹੈ, ਔਰ ਅਸੀਂ ਉਹਨੂੰ ਹੀ ਆਪਣੇ ਬੈਸਟ ਕੈਂਡੀਡੇਟ, ਜਿਹੜਾ ਮੈਨੂੰ ਪਤਾ ਹੈ ਹਾਂਜੀ ਇੱਥੇ 3 ਜਾਂ 4 ਕੈਂਡੀਡੇਟਸ ਖੜੇ, ਇਹ ਕੈਂਡੀਡੇਟ ਹੈ ਇੰਨਾ ਪੜ੍ਹਿਆ ਲਿਖਿਆ ਹੈ ਨਾ, ਇਹ ਚੀਜ਼ ਵੀ ਜ਼ਰੂਰ ਦੇਖਣੀ ਚਾਹੀਦੀ ਹੈ ਜਦੋਂ ਤੁਸੀਂ VOTING ਕਰਦੇ ਹੋ, ਹੈ ਨਾ। ਆਈ ਥਿੰਕ ਤੁਹਾਡੇ ਸਾਰਿਆਂ ਦੇ ਵੋਟਸ ਬਣ ਗਏ ਹੋਣਗੇ, ਜਿਨ੍ਹਾਂ ਦੇ ਨਹੀਂ ਬਣੇ ਉਹਨਾਂ ਦੇ ਬਣ ਜਾਣਗੇ। ਸੋ ਜਦੋਂ ਤੁਸੀਂ VOTING ਕਰਨ ਜੋਗੇ ਹੋ ਜਾਂਦੇ ਹੋ, ਹੈ ਨਾ, ਤੁਹਾਡੇ ਵੋਟਰ ਕਾਰਡਸ ਬਣਨਗੇ, ਉਸ ਕੈਂਡੀਡੇਟ ਨੂੰ ਵੋਟ ਪਾਣਾ ਜਿਹੜਾ ਐਟਲੀਸਟ ਪੜ੍ਹਿਆ ਲਿਖਿਆ ਹੋਵੇ, ਹੈ ਨਾ, ਉਮੀਦਵਾਰ। ਠੀਕ ਹੈ, ਸੋ ਬੈਸਟ ਕੈਂਡੀਡੇਟ ਕੌਣ ਹੈ, ਕਿਹਨੇ ਸਾਡੇ ਇਲਾਕੇ ਲਈ ਕੰਮ ਕੀਤਾ ਹੈ, ਕੌਣ ਜ਼ਿਆਦਾ ਪੜ੍ਹਿਆ ਲਿਖਿਆ ਹੈ, ਕੌਣ ਵਧੀਆ ਬੋਲਦਾ ਹੈ, ਤੁਸੀਂ ਹਰ ਚੀਜ਼ ਦੇ ਪੱਖੋਂ, so you will take out best candidate, है ना, and vote him। So he, next is, he cannot be coerced, C-O-E-R-C-E-D, coerced into casting his vote for an undesirable candidate। So coerce ਦਾ ਮਤਲਬ ਹੁੰਦਾ ਹੈ ਕਿਸੇ ਨੂੰ ਧਮਕੀ ਦੇ ਕੇ ਕਰਨਾ, ਧਮਕੀ ਦੇਣਾ, ਧਮਕਾਣਾ। ਸੋ ਜਿਹੜਾ ਮਜਬੂਰ ਕਰਨਾ ਵੀ ਕਹਿ ਸਕਦੇ ਹਾਂ, मतलब धमका के मजबूर करना, कोर्स, C-O-E-R-C-E। सो जेड़ा कैंडीडेट है जिन्हों अपने वैल्यू पता है वोट दी, he cannot be, उसनू धमकाया नहीं जा सकता, he cannot be coerced, उसनू धमकाया नहीं जा सकता, कादे लई, for casting his vote for an undesirable candidate। undesirable मतलब जेड़ा योग नहीं है, अयोग कैंडीडेट है, तो उन्होंने वोट पा, इस गल लई उन्होंने धमकाया नहीं जा सकता, है ना। सो एक ये एक डेमोक्रेटिक प्रोसेस का हिस्सा है ना, एक लोकतांत्रिक प्रक्रिया का हिस्सा है। लोकतांत्रिक प्रक्रिया की सब तो बड़ी चीज की है, वोटिंग। ताही लोकतंत्र है क्योंकि ਅਸੀਂ ਇੱਥੇ ਵੋਟ ਕਰਦੇ ਹਾਂ ਤੇ ਸਾਡੀ ਮਰਜ਼ੀ ਦਾ ਰਿਪਰੈਜ਼ੈਂਟੇਟਿਵ ਸਾਡੇ ਸਾਹਮਣੇ ਆਉਂਦਾ ਹੈ। ਅਸੀਂ ਜਿਹਨੂੰ ਵੋਟ ਕਰਦੇ ਹਾਂ, ਜਿਸ ਪਾਰਟੀ ਨੂੰ ਵੀ ਆਰ ਗੋਇੰਗ ਟੂ ਵੋਟ, ਉਸ ਪਾਰਟੀ ਦੇ ਰਿਪਰੈਜ਼ੈਂਟੇਟਿਵ ਸਾਡੀ ਕੰਟਰੀ ਨੂੰ ਰਿਪਰੈਜ਼ੈਂਟ ਕਰਦੇ ਹਨ, ਹੈ ਨਾ। ਸੋ देयर इज अ बिग वैल्यू ऑफ आवर इंडिविजुअल वोट। ਸਾਡੇ ਇੱਕ ਵੋਟ ਦੀ ਜਿਹੜੀ ਹੈ ਨਾ बहुत वैल्यू। ठीक है, सो टू कंक्लूड,
ਸੋ ਕਨਕਲੂਡ ਕਰਦੇ ਹੋਏ ਅਸੀਂ ਕਹਿ ਸਕਦੇ ਹਾਂ, ਕਨਕਲੂਡ ਮਤਲਬ ਇਸ ਚੀਜ਼ ਨੂੰ ਤੇ ਐਂਡ ਤੇ ਆਉਂਦੇ ਹੋਏ ਅਸੀਂ ਕਹਿ ਸਕਦੇ ਹਾਂ, ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਇਟਸ ਅ ਸਿੱਟਾ ਇਹ ਨਿਕਲਦਾ ਹੈ, ਇਸ ਦਾ ਸਿੱਟਾ ਅਸੀਂ ਇਹ ਕੱਢਦੇ ਹਾਂ ਕਿ ਇਟ ਇਜ਼ ਲਿਟਰੇਸੀ ਦੈਟ ਮੇਕਸ ਲਾਈਫ ਵਰਥ ਲਿਵਿੰਗ। ਇਹ ਸਿਰਫ ਪੜ੍ਹਾਈ ਹੈ ਜਿਹੜੀ ਜ਼ਿੰਦਗੀ ਨੂੰ ਜੀਣ ਯੋਗ ਬਣਾਉਂਦੀ ਹੈ। ਇਟਸ ਲਿਟਰੇਸੀ ਦੈਟ ਮੇਕਸ ਲਾਈਫ ਵਰਥ ਲਿਵਿੰਗ, ਜੀਣ ਯੋਗ ਬਣਾਉਂਦੀ ਹੈ। ਮੈਮ ਹਾਂਜੀ ਹਾਂਜੀ ਮੈਮ ਅੱਜ ਅਸੀਂ ਕਲਾਸ ਲੇਟ ਇਸ ਕਰਕੇ ਜੁਆਇਨ ਕੀਤੀ ਕਿਉਂਕਿ ਅਸੀਂ ਕਲਾਸ ਜੁਆਇਨ ਕਰ ਰਹੇ ਸੀ ਤੇ ਪਰ ਪਾਸਪੋਰਟ ਇਨਵੈਲਿਡ ਆ ਰਿਹਾ ਸੀ। ਸੋ ਮੈਮ ਅਸੀਂ ਬੜੀ ਮੁਸ਼ਕਿਲ ਨਾਲ ਕਲਾਸ ਜੁਆਇਨ ਕੀਤੀ ਹੈ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਆਪਾਂ ਪਹਿਲਾਂ ਕੀ ਕੀਤਾ ਹਾਂ ਹੈ? ਬੇਟਾ ਉਹ ਮੈਂ ਕਰਵਾ ਦਿੰਦੀ ਹਾਂ, ਲੇਕਿਨ ਇਨਵੈਲਿਡ ਕਿਉਂ ਆਇਆ? ਬਾਕੀ ਸਾਰਿਆਂ ਨੇ ਜੁਆਇਨ ਕੀਤੀ ਹੈ। ਮੈਮ ਪਤਾ ਨਹੀਂ ਅਸੀਂ 248 ਦੇ ਜੁਆਇਨ ਕਰ ਰਹੇ ਹਾਂ ਮੈਮ, ਇਨਵੈਲਿਡ ਹੀ ਆ ਰਿਹਾ ਹੈ। ਪਤਾ ਨਹੀਂ ਬੱਚੇ, ਬਾਕੀ ਸਾਰਿਆਂ ਨੇ ਵੈਸੇ ਇਦਾਂ ਦੀ ਪ੍ਰੋਬਲਮ ਕਿਸੇ ਨੂੰ ਆਈ ਤਾਂ ਨਹੀਂ ਤੇ ਮੈਮ ਬਟ ਹੁਣ ਜੁਆਇਨ ਕੀਤਾ ਤਾਂ ਹੋ ਗਿਆ, ਮੈਂ ਕਿਹਾ ਸ਼ਾਇਦ ਬਦਲ ਗਿਆ ਹੋਵੇ। ਨਹੀਂ 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 ਬੱਚੇ, ਅਗਰ ਬਦਲਿਆ ਹੋਏਗਾ ਤਾਂ ਵੀ ਵੁੱਡ ਹੈਵ ਇਨਫੋਰਮਡ ਯੂ। ਓਕੇ ਮੈਮ। ਹਾਂਜੀ, ਇਸ ਤੋਂ ਇਹ ਵਾਲਾ ਸਮਝ ਆ ਗਿਆ ਤੁਹਾਨੂੰ? ਇਹ ਵਾਲਾ ਮੈਮ ਨਹੀਂ, ਇਹ ਸੀ ਲਾਸਟ ਲਾਈਨ ਹੀ ਹੇਅਰ ਕੀਤੀ ਹੈ, ਟੂ ਕਨਕਲੂਡ ਇਟ ਲਿਟਰੇਸੀ ਵਾਲੀ। ਅੱਛਾ ਠੀਕ ਹੈ, ਚਲੋ ਮੈਂ ਇੱਕ ਵਾਰ ਜਲਦੀ ਦੱਸ ਦਿੰਦੀ ਹਾਂ ਸਾਰਾ ਦੁਬਾਰਾ ਤੋਂ, ਠੀਕ ਹੈ? ਤੁਸੀਂ ਸਕਰੀਨਸ਼ਾਟ ਲੈ ਲਓ, ਉਸ ਤੋਂ ਬਾਅਦ ਪੜ੍ਹ ਲੈਣਾ, ਫਿਰ ਜੇ ਕੁਝ ਪੁੱਛਣਾ ਹੈ ਮੈਨੂੰ ਪੁੱਛਣਾ ਹੈ, ਮੈਂ ਇੱਕ ਵਾਰ ਤੁਹਾਨੂੰ ਸਾਰਾ ਦੁਬਾਰਾ ਤੋਂ ਟ੍ਰਾਂਸਲੇਟ ਕਰ ਦਿੰਦੀ ਹਾਂ, ਠੀਕ ਹੈ? ਲਿਟਰੇਸੀ ਇਜ਼ ਇੰਡੀਡ ਅ ਬਲੇਸਿੰਗ। ਸਾਖਰਤਾ ਅਸਲ ਦੇ ਵਿੱਚ ਇੱਕ ਬਲੇਸਿੰਗ ਹੈ, ਇੱਕ ਕਿਰਪਾ ਹੈ। It enables an individual to lead a full life. ਇਹ ਇੱਕ ਵਿਅਕਤੀ ਨੂੰ ਪੂਰੀ ਜ਼ਿੰਦਗੀ ਨੂੰ ਪੂਰਾ ਜੀਣ ਦੇ ਯੋਗ ਬਣਾਉਂਦੀ ਹੈ। Literacy makes a person self-reliant. ਸਾਖਰਤਾ ਇੱਕ ਇਨਸਾਨ ਨੂੰ ਸਵੈ ਭਰੋਸੇ ਵਾਲਾ ਬਣਾਉਂਦੀ ਹੈ। It betters his economic condition. ਇਹ ਉਸਦੀ ਆਰਥਿਕ ਹਾਲਾਤ ਨੂੰ ਵੀ ਬੈਟਰ ਕਰਦੀ ਹੈ, ਬਿਹਤਰ ਬਣਾਉਂਦੀ ਹੈ। The earnings of a person who is literate are much more than those, ਬੱਚੇ ਤੇ that ਨਹੀਂ, ਇੱਥੇ than ਆਏਗਾ, much more than those of an illiterate one. ਇੱਕ ਪੜ੍ਹੇ ਲਿਖੇ ਇਨਸਾਨ ਦੀ ਜਿਹੜੀ ਕਮਾਈ ਹੈ ਉਹ ਇੱਕ ਅਨਪੜ੍ਹ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ। It also promotes self-respect. ਸਾਖਰਤਾ ਆਪਣੀ ਇੱਜ਼ਤ ਹੈ ਨਾ, ਸੈਲਫ ਰਿਸਪੈਕਟ, ਆਪਣੀ ਰਿਸਪੈਕਟ, ਸਵੈ ਰਿਸਪੈਕਟ ਆਪਾਂ ਜਿਵੇਂ ਕਹਿੰਦੇ ਆ, ਉਸਨੂੰ ਵੀ ਵਧਾਉਂਦੀ ਹੈ। ਕਿਵੇਂ? The individual does not consider himself inferior to others. ਇੱਕ ਇਨਸਾਨ ਜਿਹੜਾ ਹੈ, ਜੇ ਉਹ ਸਾਖਰ ਹੈ ਤਾਂ ਉਹ ਆਪਣੇ ਆਪ ਨੂੰ ਦੂਸਰਿਆਂ ਤੋਂ ਘਟੀਆ ਨਹੀਂ ਸਮਝਦਾ। Further, ਤੇ ਇਸ ਤੋਂ ਬਾਅਦ, ਇਸ ਤੋਂ ਇਲਾਵਾ ਸਾਖਰਤਾ ਉਸਨੂੰ gives him greater control over his own life. ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਕੰਟਰੋਲ ਕਰਨਾ ਸਿਖਾਉਂਦੀ ਹੈ। ਕਿਵੇਂ? He can write letters, read, sign, fill in forms, etc. ਹੈ ਨਾ? ਜਿਹੜਾ ਪੜ੍ਹਿਆ ਲਿਖਿਆ ਬੰਦਾ ਉਹ ਲੈਟਰ ਵੀ ਰੀਡ ਕਰ ਸਕਦਾ ਹੈ, ਰੀਡਿੰਗ ਕਰ ਸਕਦਾ ਹੈ, ਲੈਟਰ ਲਿਖ ਸਕਦਾ ਹੈ, ਸਾਈਨ ਕਰ ਸਕਦਾ ਹੈ, ਫਾਰਮ ਫਿਲ ਕਰ ਸਕਦਾ ਹੈ। ਫਾਰਮ ਫਿਲ ਇਨ ਕਰਨਾ ਵੀ ਇੱਕ ਬੜੀ ਵੱਡੀ ਗੱਲ ਹੁੰਦੀ ਹੈ। ਜਿਨ੍ਹਾਂ ਨੂੰ ਨਹੀਂ ਵਿਚਾਰਿਆਂ ਨੂੰ ਕਰਨਾ ਆਉਂਦਾ ਉਹਨਾਂ ਨੂੰ ਪੁੱਛੋ ਕਿ ਉਹਨਾਂ ਨੂੰ ਧੱਕੇ ਖਾਣੇ ਪੈਂਦੇ ਆਪਣਾ ਫਾਰਮ ਫਿਲ ਕਰਵਾਉਣ ਲਈ, ਠੀਕ ਹੈ? ਤੋ if a person is literate, he does not depend on others for these simple tasks. ਉਸਨੂੰ ਉਹ ਬੰਦਾ ਇਹਨਾਂ ਛੋਟੇ ਛੋਟੇ ਕੰਮਾਂ ਲਈ, ਇਹਨਾਂ ਸਿੰਪਲ ਟਾਸਕ ਲਈ, ਇਹਨੇ ਈਜ਼ੀ ਟਾਸਕ ਲਈ ਦੂਸਰਿਆਂ ਤੇ ਡਿਪੈਂਡ ਨਹੀਂ ਕਰਦਾ। Literacy results in better health awareness and care. Literacy ਦਾ ਕੀ ਰਿਜ਼ਲਟ ਨਿਕਲਦਾ ਹੈ ਕਿ ਸਾਡੇ ਅੰਦਰ ਆਪਣੀ ਹੈਲਥ ਪ੍ਰਤੀ ਜਾਗਰੂਕਤਾ ਆਉਂਦੀ ਹੈ, ਉਸਦੀ ਸੰਭਾਲ ਪ੍ਰਤੀ ਜਾਗਰੂਕਤਾ ਆਉਂਦੀ ਹੈ। The literate person understands the importance of a balanced diet. ਇੱਕ ਪੜ੍ਹਾ ਲਿਖਿਆ ਇਨਸਾਨ ਹੈ, ਉਹ ਉਸਨੂੰ ਪਤਾ ਹੈ ਕਿ ਸੰਤੁਲਿਤ ਆਹਾਰ ਦੀ ਕੀ ਇੰਪੋਰਟੈਂਸ ਹੈ, ਬੈਲੈਂਸਡ ਡਾਈਟ ਦੀ ਕੀ ਇੰਪੋਰਟੈਂਸ ਹੈ, ਐਂਡ the cause of a certain disease, ਤੇ ਕਿਸੇ ਬਿਮਾਰੀ ਦਾ ਕੀ ਕਾਰਨ ਹੈ, ਜੇ ਕੋਈ ਬਿਮਾਰੀ ਹੋ ਗਈ ਹੈ ਉਸ ਦਾ ਕੀ ਕਾਰਨ ਹੈ, and he takes preventive measures, ਤੇ ਉਹ ਉਸਨੂੰ ਬਚਾ ਕਰਨ ਦੇ ਕਦਮ ਚੁੱਕਦਾ ਹੈ। measures ਹੁੰਦੇ ਹੈ, ਕਦਮ, ਹੈ ਨਾ? ਉਹ ਉਸਨੂੰ ਬਚਾਉਣ ਲਈ ਜ਼ਰੂਰੀ ਕਦਮ ਚੁੱਕਦਾ ਹੈ। Besides this, besides means ਇਸ ਤੋਂ ਇਲਾਵਾ ਜਿਹੜੀ ਲਿਟਰੇਸੀ ਹੈ ਉਹ ਸਾਡੇ ਅੰਦਰ ਸਾਡੇ এনवायरमेंट ਪ੍ਰਤੀ ਜਾਗਰੂਕਤਾ ਨੂੰ ਪ੍ਰਮੋਟ ਕਰਦੀ ਹੈ, ਵਧਾਉਂਦੀ ਹੈ।
The individual ensures that his surroundings are neat and clean. तो एक इंसान की करदा इस गल नूं यकीनी बनांदा है, इंश्योर मींस यकीनी बनांदा है कि उसदी सराउंडिंग्स ਉਹਦਾ ਆਲਾ ਦੁਆਲਾ नीट एंड क्लीन है। और ਜਿਹੜੇ रुख हैं, ट्रीज आर नॉट कट डाउन indiscriminately मतलब अन्नेवाह, केयरलेसली रुखां नूं अन्नेवाह नहीं कटिया ਜਾਂਦਾ ਤੇ इंस्टेड ਇਹਦੀ ਬਜਾਏ ਹੋਰ ट्रीज लगाए ਜਾਂਦੇ हैं बिकॉज वी आर अवेयर। ਜਿਹੜੇ ਲਿਟਰੇਟ ਬੰਦੇ ਹੁੰਦੇ ਅਵੇਅਰ ਹੁੰਦੇ ਆ ਕਿ ਟਰੀਜ਼ ਕੱਟਣ ਦੇ ਕੀ ਨੁਕਸਾਨ ਹੈ। ਜਿਹੜਾ ਅਨਪੜ੍ਹ ਹੈ ਉਹਨੂੰ ਵਿਚਾਰੇ ਨੂੰ ਕੀ ਪਤਾ ਕਿ ਟਰੀਜ਼ ਕੱਟਣ ਦਾ ਕੁਝ ਨੁਕਸਾਨ ਵੀ ਹੁੰਦਾ ਹੈ ਨਾ। ਸੋ ਮੋਰ ਟਰੀਜ਼ ਆਰ ਪਲਾਂਟਡ, the individual becomes aware of his duties as well as of his rights. So ਇੱਕ ਹਰ ਕਿਸੇ ਨੂੰ ਕੀ ਪਤਾ ਜਾਂਦਾ ਜਿਹੜਾ ਪੜ੍ਹਿਆ ਲਿਖਿਆ ਹੈ ਉਸਨੂੰ ਆਪਣੀ ਡਿਊਟੀਜ਼ ਆਪਣੇ ਰਾਈਟਸ ਬਾਰੇ ਪਤਾ ਚੱਲਦਾ ਹੈ। This helps prevent exploitation. ਤੇ ਇਹਦੇ ਨਾਲ ਕੀ ਹੁੰਦਾ ਹੈ, ਸ਼ੋਸ਼ਣ ਨਹੀਂ ਹੁੰਦਾ ਉਹਨਾਂ ਦਾ ਕੋਈ ਨਜਾਇਜ਼ ਫਾਇਦਾ ਨਹੀਂ ਚੁੱਕਦਾ। ਠੀਕ ਹੈ। Literacy increases participation in the democratic process. ਸਾਡੀ ਲੋਕਤੰਤਰਿਕ ਪ੍ਰਕਿਰਿਆ ਦੇ ਵਿੱਚ ਸਾਡੀ ਪਾਰਟਿਸਿਪੇਸ਼ਨ ਵਧਾਉਂਦੀ ਹੈ ਸਾਖਰਤਾ। ਕਿੱਦਾਂ? ਜਿਹੜਾ ਲਿਟਰੇਟ ਪਰਸਨ ਹੈ ਉਹਨੂੰ ਪਤਾ ਹੈ ਮੇਰੇ ਵੋਟ ਦੀ ਕੀ ਵੈਲਿਊ ਹੈ। He realizes the value of his vote. ਕੀ ਵੈਲਿਊ ਉਹਨੂੰ ਪਤਾ ਹੁੰਦਾ ਹੈ and casts it in favor of the best candidate. ਤੇ ਉਹ ਆਪਣੇ ਵੋਟ ਨੂੰ ਸਭ ਤੋਂ ਵਧੀਆ ਕੈਂਡੀਡੇਟ ਨੂੰ ਪਾਉਂਦਾ ਹੈ। ਕਾਸਟ ਮੀਨ ਵੋਟ ਪਾਣਾ ਹੈ ਨਾ। He cannot be coerced into casting his vote for an undesirable candidate. Coerced ਹੁੰਦਾ ਹੈ ਧਮਕਾਣਾ, ਉਸਨੂੰ ਧਮਕਾਇਆ ਨਹੀਂ ਜਾ ਸਕਦਾ ਕਿ ਉਹ ਕਿਸੇ ਅਨਡਿਜ਼ਾਇਰੇਬਲ ਕੈਂਡੀਡੇਟ ਨੂੰ ਆਪਣਾ ਵੋਟ ਪਾਵੇ। ਅਨਡਿਜ਼ਾਇਰੇਬਲ ਮਤਲਬ ਜੋ ਅਯੋਗ ਹੈ, ਅਯੋਗ ਉਮੀਦਵਾਰ ਨੂੰ ਵੋਟ ਪਾਵੇ। ਤਾਂ ਇਸ ਤਰ੍ਹਾਂ ਲਿਟਰੇਸੀ ਇੱਥੇ ਵੀ ਹੈਲਪ ਕਰਦੀ ਹੈ। ਸੋ ਟੂ ਕਨਕਲੂਡ, ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਇਟ ਇਜ਼ ਲਿਟਰੇਸੀ, ਇਹ ਸਾਖਰਤਾ ਹੀ ਹੈ which makes life worth living, ਜੋ ਜ਼ਿੰਦਗੀ ਨੂੰ ਸਹੀ ਤਰੀਕੇ ਜੀਣ ਯੋਗ ਬਣਾਉਂਦੀ ਹੈ। ਓਕੇ ਜੀ, ਐਨੀ ਕੁਐਸਚਨਸ? Ma'am, what is the pronunciation and meaning of INSTEAD? Instead. Instead. Okay, ma'am. Meaning, ma'am? Instead ਦਾ ਮਤਲਬ ਬਜਾਏ। Yes, ma'am. मतलब बजाय, इसकी बजाय हाँ। Okay ma'am। है ना कि ट्रीज ਨੂੰ ਕੱਟਿਆ ਨਹੀਂ ਜਾਂਦਾ, ਸਗੋਂ instead means ਸਗੋਂ ਹੋਰ ट्रीज ਵੀ ਲਗਾਏ ਜਾਂਦੇ हैं। ठीक है। Okay ma'am। ठीक है। हाँ जी, any questions बच्चे? coerced ਦਾ ਮਤਲਬ ਧਮਕਾਣਾ, COERCE, coerce ਹੁੰਦਾ ਧਮਕਾਣਾ। He cannot be coerced, ਉਸਨੂੰ ਧਮਕਾਇਆ ਨਹੀਂ ਜਾ ਸਕਦਾ। ਪੈਸਿਵ ਵੌਇਸ ਹੈ, he cannot be coerced, ਉਸਨੂੰ ਧਮਕਾਇਆ ਨਹੀਂ ਜਾ ਸਕਦਾ ਕਿ ਉਹ ਉਸ ਬੰਦੇ ਨੂੰ ਵੋਟ ਪਾਵੇ ਜੋ ਕਿ ਅਨਡਿਜ਼ਾਇਰੇਬਲ ਹੈ, ਜੋ ਅਯੋਗ ਹੈ। ਹਾਂਜੀ, ਹੋਰ ਕੋਈ ਬੱਚੇ? ਸੋ ਇੱਕ ਆਰਟੀਕਲ ਸੀ, this was an article, ਜਿਵੇਂ ਤੁਹਾਨੂੰ ਅਗਰ ਤੁਸੀਂ ਨਿਊਜ਼ਪੇਪਰ 'ਚ ਦੇਣਾ ਚਾਹੁੰਦੇ ਯੂ ਕੈਨ ਸਟਾਰਟ ਵਿਦ ਦਿਸ, ਇਦਾਂ ਤੁਸੀਂ ਸਟਾਰਟ ਕਰ ਸਕਦੇ ਹੋ। ਕੋਈ ਵੀ ਮਤਲਬ ਤੁਹਾਡੇ ਮਾਈਂਡ 'ਚ ਆਈਡੀਆ ਆਇਆ? ਹਾਂ ਹਾਂਜੀ ਗਗਨ ਬੋਲੋ। ਮੈਮ ਜਦੋਂ ਆਰਟੀਕਲ ਮੈਮ ਸਟਾਰਟ ਕਰੀਦਾ ਹੈ ਮੈਮ, ਉਦੋਂ ਕੋਈ ਵੀ ਆਪਾਂ ਮੈਮ ਕੋਈ ਲਾਈਨ ਲਿਖਦੇ ਆ ਥਾਟ ਵਾਂਗ ਮੈਮ, ਲਿਖ ਸਕਦੇ ਆ, ਲਿਖਦੇ ਆ ਨਹੀਂ ਲਿਖ ਸਕਦੇ ਹਾਂ, ਅਸੀਂ ਉਹਨੂੰ ਸਟਾਰਟ ਕਰਨ ਲਈ ਲਿਖ ਸਕਦੇ ਹਾਂ। we can write a quote, we can start with a proverb or quote or general saying. ਓਕੇ ਮੈਮ ਜਿਸ ਤਰ੍ਹਾਂ ਆਪਾਂ ਆਰਟੀਕਲ ਸਟਾਰਟ ਕਰਨਾ ਮੈਮ, ਦੇਖੋ ਆਪਾਂ ਨੂੰ ਟੌਪਿਕ ਆਇਆ ਇਹ ਵਾਲਾ ਲਿਟਰੇਸੀ ਵਾਲਾ ਮੈਮ, ਉੱਪਰ ਟੌਪਿਕ ਦਾ ਹੈਡਿੰਗ ਡਾਲ ਕੇ ਤੇ ਮੈਮ ਐਂਡਿੰਗ ਤੇ ਕੀ ਲਿਖਣਾ ਹੈ? ਬੇਟੇ ਜੋ ਮੈਂ ਲਿਖਿਆ ਐਜ਼ ਇਟ ਇਜ਼ ਲਿਖਣਾ ਹੈ, ਜਿੱਦਾਂ ਮੈਂ ਲਿਖਿਆ। ਦੇਖੋ ਮੈਂ ਸਭ ਤੋਂ ਪਹਿਲੀ ਲਾਈਨ ਕੀ ਲਿਖੀ ਹੈ? ਲਿਟਰੇਸੀ ਇਜ਼ ਇੰਡੀਡ ਅ ਬਲੇਸਿੰਗ। ਤੁਹਾਡੀ ਜਿਹੜੀ ਫਰਸਟ ਲਾਈਨ ਹੈ ਬੜੀ ਸਟ੍ਰਾਈਕਿੰਗ ਹੋਣੀ ਚਾਹੀਦੀ ਹੈ। ਆਪਾਂ ਕੀਤਾ ਸੀ ਨਾ ਕੋਈ ਪ੍ਰੋਵਰਬ ਤੋਂ ਸ਼ੁਰੂ ਹੋਣੀ ਚਾਹੀਦੀ। ਜੇ ਤਾਂ ਤੁਹਾਨੂੰ ਲਿਟਰੇਸੀ ਤੇ ਕੋਈ ਪ੍ਰੋਵਰਬ ਆਂਦਾ ਹੈ, ਕੋਈ ਕੋਟੇਸ਼ਨ ਆਂਦੀ ਹੈ, ਕਿਸੇ ਦੀ ਕੋਈ ਗੱਲ ਕਹੀ ਆਂਦੀ ਹੈ ਦਿਮਾਗ 'ਚ, ਲਿਖ ਦੋ। ਨਹੀਂ ਆਈ, ਲਿਟਰੇਸੀ ਇਜ਼ ਇੰਡੀਡ ਅ ਬਲੇਸਿੰਗ, ਇਹ ਕਿਹਾ ਜਾਂਦਾ ਹੈ। ਇਹ ਇੱਕ ਬੜੀ ਵਧੀਆ ਗੱਲ ਕਹੀ ਜਾਂਦੀ ਹੈ। ਇਹ ਪਤਾ ਹੈ ਨਾ ਸਾਰਿਆਂ ਨੂੰ ਕਿ ਜਿਹੜੀ ਲਿਟਰੇਸੀ ਹੈ ਸੱਚਮੁੱਚ ਇੱਕ ਬਲੇਸਿੰਗ ਹੈ। ਯੈਸ ਮੈਮ। ਮੈਮ ਜਿੱਦਾਂ ਮੈਂ ਲਿਖਿਆ ਬੇਟੇ ਏਦਾਂ ਲਿਖ ਸਕਦੇ ਹੋ ਤੁਸੀਂ ਐਜ਼ ਇਟ ਇਜ਼। ਇਹ ਮੈਂ ਤੁਹਾਨੂੰ ਐਂਡਿੰਗ ਤੇ ਮੈਮ, ਐਂਡਿੰਗ ਵੀ ਆਪਾਂ ਉਹੀ ਲਿਖਿਆ ਟੂ ਕਨਕਲੂਡ। ਮੈਮ ਐਂਡਿੰਗ ਤੇ ਮੇਰੀ ਫਰੈਂਡ ਕਹਿੰਦੀ ਕਿ ਨੇਮ ਲਿਖੀਦਾ ਵਾ। ਨੋ ਬੱਚੇ, ਉਹ ਤਾਂ ਜੇ ਤੁਸੀਂ ਨਿਊਜ਼ਪੇਪਰ 'ਚ ਭੇਜੋਗੇ ਫਿਰ ਤੁਸੀਂ ਆਪਣਾ ਨਾਮ ਲਿਖੋਗੇ ਨਾ।
ਓਕੇ ਮੈਮ। ਜੇ ਤੁਸੀਂ ਭੇਜੋਗੇ ਫਿਰ ਨੇਮ ਲਿਖੋਗੇ ਨਾ, ਜੇ ਤੁਸੀਂ ਅਗਰ ਉਹਨੂੰ ਭੇਜੋਗੇ ਨਿਊਜ਼ਪੇਪਰ ਨੂੰ ਭੇਜੋਗੇ ਫਿਰ ਤੁਸੀਂ ਆਪਣਾ ਨਾਮ ਦੱਸੋਗੇ। ਹੁਣ ਤੁਹਾਨੂੰ ਜੇ ਐਗਜ਼ਾਮ ਦੇ ਵਿੱਚ ਆ ਗਿਆ ਕਿ ਇਹਦੇ ਤੇ ਆਰਟੀਕਲ ਲਿਖੋ ਤਾਂ ਤੁਸੀਂ ਇਹ ਆਰਟੀਕਲ ਲਿਖ ਸਕਦੇ ਹੋ। ਓਕੇ ਮੈਮ, ਅਸੀਂ ਪੇਪਰ ਦੇ ਵਿੱਚ ਆਰਟੀਕਲ ਜਾਂ ਲੈਟਰ ਹੁੰਦਾ ਹੈ ਨਾ ਮੈਮ, ਅਸੀਂ ਉਹਦੇ ਨੀਚੇ ਆਪਣਾ ਨੇਮ ਲਿਖਦੇ ਹੁੰਦੇ ਸੀ। ਨੋਟਿਸ ਹੋ ਗਿਆ, ਐਡਵਰਟਾਈਜ਼ਮੈਂਟ ਹੋ ਗਿਆ ਮੈਮ, ਇਸ ਕਰਕੇ ਪੁੱਛਿਆ ਸੀ। ਹਾਂ ਬੱਚੇ, ਐਡਵਰਟਾਈਜ਼ਮੈਂਟ ਦੇ ਉੱਪਰ ਨਹੀਂ ਲਿਖਦੇ, ਤੁਸੀਂ ਨੋਟਿਸ ਲਿਖਦੇ ਹੋ ਤਾਂ ਵੀ ਤੁਹਾਨੂੰ ਨੀਚੇ ਦੱਸਣਾ ਪੈਂਦਾ ਨੋਟਿਸ ਕਿਹਦੇ ਵੱਲੋਂ ਹੈ। ਜੇ ਤੁਸੀਂ ਲੈਟਰ ਲਿਖਦੇ ਹੋ, ਐਪਲੀਕੇਸ਼ਨ ਲਿਖਦੇ ਹੋ ਤਾਂ ਵੀ ਤੁਹਾਨੂੰ ਦੱਸਣਾ ਪੈਂਦਾ ਹੈ ਕੌਣ ਲਿਖ ਰਿਹਾ ਹੈ। ਬਟ ਆਰਟੀਕਲ ਰਾਈਟਿੰਗ ਦੇ ਵਿੱਚ ਇਸ ਤਰ੍ਹਾਂ ਨਹੀਂ। ਓਕੇ ਮੈਮ। ਅਨਲੈਸ ਐਂਡ ਅੰਟਿਲ ਤੁਹਾਨੂੰ ਕਿਹਾ ਨਾ ਜਾਵੇ, ਜੇ ਕਿਹਾ ਗਿਆ ਹੈ ਤਾਂ ਫਿਰ ਤਾਂ ਠੀਕ ਹੈ। ਵੈਸੇ ਆਰਟੀਕਲ ਰਾਈਟਿੰਗ ਦੇ ਵਿੱਚ ਨਹੀਂ। ਆਰਟੀਕਲ ਰਾਈਟਿੰਗ ਇੱਕ ਤਰੀਕੇ ਦਾ ਤੁਸੀਂ ਛੋਟਾ ਜਿਹਾ ਇੱਕ ਬਿਆਨ ਕਰ ਰਹੇ ਹੋ ਕਿ ਇਹਦੇ ਲਿਟਰੇਸੀ ਦੇ ਕੀ ਫਾਇਦੇ ਹੈ। ਓਕੇ ਮੈਮ, ਥੈਂਕ ਯੂ ਮੈਮ। ਹਾਂ, ਜਿਵੇਂ ਗਗਨਦੀਪ ਕੌਰ ਨੇ ਲਿਖਿਆ, ਸਾਖਰਤਾ ਸੱਚਮੁੱਚ ਇੱਕ ਬਰਕਤ ਹੈ। ਕਿੰਨੀ ਵਧੀਆ ਲਾਈਨ ਲਿਖੀ ਹੈ ਗਗਨਦੀਪ ਕੌਰ ਨੇ, ਹੈ ਨਾ। ਲਿਟਰੇਸੀ ਇਜ਼ ਇੰਡੀਡ ਅ ਬਲੇਸਿੰਗ। ਠੀਕ ਹੈ, ਤਾਂ ਤੁਸੀਂ ਸਟਾਰਟ ਕਰਨਾ ਹੈ ਨਾ ਜਦੋਂ, ਇਹ ਕਹਿੰਦੇ ਵਧੀਆ ਜੀ ਲਾਈਨ ਤੋਂ ਸਟਾਰਟ ਕਰਨਾ ਹੈ, ਸਾਖਰਤਾ ਸੱਚਮੁੱਚ ਇੱਕ ਬਰਕਤ ਹੈ। ਠੀਕ ਹੈ, ਹਾਂਜੀ, ਕਿਸੇ ਹੋਰ ਦਾ ਕੋਈ ਸਵਾਲ? ਇੱਕ ਹੋਰ ਪੈਸੇਜ ਵੀ, ਇੱਕ ਹੋਰ ਆਰਟੀਕਲ ਵੀ ਸੀਗਾ, ਜੇ ਤੁਸੀਂ ਉਹ ਜੇ ਅੱਜ ਕਰਨਾ ਤੇ ਆਪਾਂ ਅੱਜ ਕਰ ਸਕਦੇ ਹਾਂ, ਅਦਰਵਾਈਜ਼ ਯੂ ਕੈਨ ਟੇਕ ਸਕਰੀਨਸ਼ਾਟ, ਉਹਨੂੰ ਸਟੱਡੀ ਕਰੋ। ਆਪਣਾ ਨੈਕਸਟ ਆਰਟੀਕਲ ਹੈ ਟੁਡੇ। ਓਕੇ, next है harmful effects of TV viewing on children. Harmful effects of TV viewing on children. ਹੁਣ ਤੁਸੀਂ ਚਾਹੁੰਦੇ ਹੋ ਕਿ ਮੈਂ ਨਿਊਜ਼ਪੇਪਰ ਦੇ ਵਿੱਚ, ਆਪਣੀ ਕਾਲਜ ਮੈਗਜ਼ੀਨ ਦੇ ਵਿੱਚ ਜਾਂ ਸਕੂਲ ਮੈਗਜ਼ੀਨ ਦੇ ਵਿੱਚ ਇੱਕ ਆਰਟੀਕਲ ਦਵਾਂ ਜਿਹਦੇ ਵਿੱਚ ਮੈਂ ਦੱਸਾਂ ਕਿ ਬੱਚਿਆਂ ਦੇ ਉੱਪਰ ਟੀਵੀ ਵਿਊਇੰਗ, ਟੀਵੀ ਵੇਖਣ ਦੇ ਕੀ ਹਾਰਮਫੁਲ ਇਫੈਕਟਸ ਆ ਰਹੇ ਆ। ਠੀਕ ਹੈ, ਤਾਂ ਫਿਰ ਤੁਸੀਂ ਉਹਦੇ ਤੇ ਇੱਕ ਆਰਟੀਕਲ ਲਿਖੋ। So now you can take screenshot of this. अगर तुसी इन्हू खुद study करना चाहते हो तो please करो, otherwise अपन discuss कर सकते हैं। It's up to you. तुसी मैंने दस सकते हो इन्हू किस तरह करिए। बच्चे जेड़ा ए वाला ਆਪਾਂ 2-3 आर्टिकल्स ਹੋਰ ਕਰਾਂਗੇ ਤੇ ਇਸ ਤੋਂ ਬਾਅਦ ਤੁਸੀਂ ਖੁਦ ਲਿਖਣ ਦੀ ਕੋਸ਼ਿਸ਼ ਕਰਨਾ। ਮੈਂ ਤੁਹਾਨੂੰ ਕੁਝ ਟੌਪਿਕਸ ਦਵਾਂਗੀ, ਤੁਸੀਂ ਖੁਦ ਲਿਖਣ ਦੀ ਕੋਸ਼ਿਸ਼ ਕਰਨਾ, ਉਹਦੇ ਨਾਲ ਬੈਟਰ ਹੋਏਗੀ, ਤੁਹਾਡੀ ਰਾਈਟਿੰਗ ਸਕਿੱਲਸ ਬੈਟਰ ਹੋਣਗੇ। ਸੋ ਵੀ ਕੈਨ ਡੂ ਦੈਟ। ਮੈਂ ਇਹ ਜਲਦੀ ਤੁਹਾਨੂੰ ਦੱਸ ਦਿੰਦੀ ਆ, ਇਹਨੂੰ ਆਪਾਂ ਡਿਸਕਸ ਕੱਲ ਕਰ ਲਾਂਗੇ। ਮੈਂ ਤੁਹਾਨੂੰ ਮੇਨ ਪੁਆਇੰਟਸ ਦੇ ਮੀਨਿੰਗਸ ਦੱਸ ਦਿੰਦੀ ਆ। ਠੀਕ ਹੈ, ਟੀਵੀ ਇਜ਼ ਅ ਮਾਡਰਨ ਇਨਵੈਂਸ਼ਨ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਆਈ ਥਿੰਕ ਤੁਹਾਨੂੰ ਪਤਾ ਹੋਏਗਾ ਇਨਵੈਂਸ਼ਨ ਕੀ ਹੁੰਦਾ, ਆਪਾਂ ਕੀਤਾ ਹੋਇਆ। It is a very good source of entertainment, information and knowledge, but everything has two aspects. Every source of entertainment should be used with discretion. So discretion ਦਾ ਮਤਲਬ ਹੁੰਦਾ ਹੈ ਸਿਆਣਪ ਦੇ ਨਾਲ, ਸੋਚ ਸਮਝ ਕੇ। In order to derive maximum benefit from it. Derive ਮਤਲਬ ਨਿਕਾਲਣਾ, maximum benefit from it. But we know that this is not possible for children as they are not grown-ups and cannot exercise discretion. Discretion ਦਾ ਗਗਨਦੀਪ ਕੌਰ ਨੇ ਦੱਸਿਆ ਵਿਵੇਕ। ਵੈਰੀ ਗੁੱਡ। ਵਿਵੇਕ ਹੀ ਹੁੰਦਾ ਨਾ ਉਹ ਬੁੱਧੀ ਜਿਸ ਤੋਂ ਪਤਾ ਚੱਲੇ ਆਪਣੀ ਸਮਝ ਕਿੰਨੀ, ਵੀ ਇਹ ਮੈਨੂੰ ਕਰਨਾ ਚਾਹੀਦਾ ਕਿ ਨਹੀਂ, ਇਹਨੂੰ ਵਿਵੇਕ ਕਹਿੰਦੇ। ਗਗਨਦੀਪ ਕੌਰ ਤੁਸੀਂ ਬੱਚੇ ਬਹੁਤ ਅੱਛੇ ਆਨਸਰ ਦਿੰਦੇ ਹੋ, ਵੈਰੀ ਗੁੱਡ। ਇਹਨਾਂ ਲਈ ਸਾਰੇ ਕਲੈਪ ਕਰ ਦਿਓ, ਇਹਨਾਂ ਦੇ ਆਨਸਰਸ ਬੜੀ ਫਾਸਟ ਆਉਂਦੇ ਆ और बड़े अच्छे आंसर्स आने हैं। सो डिस्क्रिशन का मतलब हुंदा है विवेक, है ना, कि तुसी डिसाइड करना है कि मैनू कितना को टीवी देखना चाहिए। ठीक है, सो टीवी viewing has more harmful effects on children than good ones. They waste much of time of their valuable time, they waste much of their valuable time sitting before the idiot box TV nu kiya janda hai, and watching programs which have no educative values. They watch movies, cartoons, cricket matches for hours together. Hours together matlab घंटे बद्दी. In the process, they ignore their studies, homework and health giving physical exercises.
we know that TV viewing has become a kind of addiction. Addiction ਦਾ ਮਤਲਬ ਹੁੰਦਾ ਜਦੋਂ ਤੁਹਾਨੂੰ ਕਿਸੇ ਚੀਜ਼ ਦੀ ਲੱਤ ਲੱਗ ਜਾਵੇ, ਆਦਤ ਇੰਨੀ ਪੈ ਜਾਏ ਕਿ ਲੱਤ ਲੱਗ ਜਾਵੇ। Addiction with children resulting in weak eyesight. ਨਸ਼ਾ ਕਹਿ ਸਕਦੇ ਹੋ, ਐਡਿਕਸ਼ਨ ਹੁੰਦਾ ਲੱਤ ਲੱਗ ਜਾਣਾ ਕਿਸੇ ਚੀਜ਼ ਦੀ, ਨਸ਼ਾ ਵੀ ਕਹਿ ਸਕਦੇ ਆ, ਠੀਕ ਹੈ। ਸੋ ਇਹ ਆਈ ਥਿੰਕ ਤੁਹਾਨੂੰ ਕਾਫੀ ਸਮਝ ਆ ਗਿਆ ਹੋਵੇਗਾ। ਦੇਖੋ ਬੱਚੇ, ਇਹਦੇ ਵਿੱਚ ਇੱਕ ਚੀਜ਼ ਨੋਟਿਸ ਕਰਨਾ, ਇਹ ਜਿਹੜਾ ਆਰਟੀਕਲ ਦਾ ਟੌਪਿਕ ਸੀ ਹਾਰਮਫੁਲ ਇਫੈਕਟ ਆਫ ਟੀਵੀ ਵਿਊਇੰਗ, ਤਾਂ ਤੁਸੀਂ ਇਹਦੇ ਵਿੱਚ ਟੀਵੀ ਦੇ ਫਾਇਦੇ ਜੇ ਅਗਰ ਆਵੇ ਕਿ ਟੀਵੀ ਦੇ ਐਡਵਾਂਟੇजेस ਐਂਡ ਡਿਸਐਡਵਾਂਟੇजेस ਦੱਸੋ, ਫਿਰ ਤੁਸੀਂ ਪਹਿਲੇ ਟੀਵੀ ਦੇ ਬਾਰੇ ਕੁਝ ਉਹਦੇ ਐਡਵਾਂਟੇजेस ਦੱਸੋਗੇ, ਉਹਦੇ ਪੋਜ਼ਿਟਿਵ ਇਫੈਕਟਸ ਦੱਸੋਗੇ ਕਿ ਸਾਨੂੰ ਇਹਦੇ ਤੋਂ ਨੌਲੇਜ ਮਿਲਦੀ ਹੈ, ਅਸੀਂ ਇਹਦੇ ਤੋਂ ਬੜਾ ਕੁਝ ਸਿੱਖ ਸਕਦੇ ਹਾਂ। ਅੱਜ ਕੱਲ ਟੀਵੀ ਪ੍ਰੋਗਰਾਮਸ ਇਦਾਂ ਦੇ ਆਉਂਦੇ ਆ, ਐਜੂਕੇਟਿਵ ਆਉਂਦੇ ਆ, ਟੀਵੀ ਚੈਨਲਸ ਬਹੁਤ ਅੱਛੇ ਅੱਛੇ ਆਣੇ ਸ਼ੁਰੂ ਹੋ ਗਏ, ਹੈ ਨਾ। ਫਿਰ ਅਸੀਂ ਦੋਨੋਂ ਚੀਜ਼ਾਂ ਬਾਰੇ ਗੱਲ ਕਰਾਂਗੇ, ਬਟ ਦਿਸ ਟੌਪਿਕ ਇਜ਼ ਹਾਰਮਫੁਲ ਇਫੈਕਟਸ ਆਫ ਟੀਵੀ ਵਿਊਇੰਗ। ਤਾਂ ਇਹ ਟੌਪਿਕ ਹੈ ਹੀ ਕਿ ਟੀਵੀ ਦੇ ਨੁਕਸਾਨ ਕੀ ਹੈ ਔਨ ਚਿਲਡਰਨ। ਤਾਂ ਸਭ ਤੋਂ ਪਹਿਲੇ ਮਾਈਂਡ 'ਚ ਕੀ ਆਇਆ? ਅੱਖਾਂ ਖਰਾਬ ਹੋਣੀਆਂ, ਹੈ ਨਾ। ਮੇਰੇ ਮਾਈਂਡ 'ਚ ਇਹ ਆਇਆ ਨਾ, ਅੱਖਾਂ ਖਰਾਬ ਹੋਣੀਆਂ ਕਿਉਂਕਿ ਜ਼ਿਆਦਾ ਦੇਰ ਦੇਖਣ ਨਾਲ, ਟੀਵੀ ਦੇਖਣ ਨਾਲ ਅੱਖਾਂ ਖਰਾਬ ਹੋ ਜਾਂਦੀਆਂ। ਸੋ ਤੁਹਾਡੇ ਮਾਈਂਡ 'ਚ ਜਿਹੜੇ ਪੁਆਇੰਟਸ ਆਉਂਦੇ ਆ, ਪਹਿਲੇ ਉਹਨਾਂ ਨੂੰ ਨੋਟ ਡਾਊਨ ਕਰੋ ਕਿ ਇਹਦੇ ਨਾਲ ਹੈਲਥ ਤੇ ਇਫੈਕਟ ਪੈਂਦਾ, ਇਹਦੇ ਨਾਲ ਟਾਈਮ ਖਰਾਬ ਹੁੰਦਾ ਹੈ ਨਾ, ਇਹਦੇ ਨਾਲ ਕੀ ਕਹਿੰਦੇ ਘੰਟਿਆਂ ਬੱਧੀ ਜਿਹੜਾ ਤੁਸੀਂ ਦੇਖੋ ਇੱਕ ਦਿਮਾਗ ਗੁੱਜ ਵੀ ਹੋ ਜਾਂਦਾ ਹੈ ਨਾ, ਤੁਹਾਡਾ ਜਿਹੜਾ ਮਾਈਂਡ ਹੈ ਉਹ ਬਲੌਕ ਵੀ ਹੋ ਜਾਂਦਾ ਕਈ ਵਾਰ। ਤੁਸੀਂ ਤੁਹਾਡੇ ਅੰਦਰ ਉਹ ਨਹੀਂ ਰਹਿੰਦੀ ਹੈ ਕਿ ਮੈਂ ਕੀ ਕਰਾਂ। ਮੈਮ ਆਰਟੀਕਲ ਦਾ ਹੈਡਿੰਗ ਹੁੰਦਾ ਹੈ ਉਹ ਕੈਪੀਟਲ ਲੈਟਰ ਵਿੱਚ ਨਹੀਂ ਬੱਚੇ, ਇਹ ਕੋਈ ਜ਼ਰੂਰੀ ਨਹੀਂ ਹੈ, ਇਹ ਜ਼ਰੂਰੀ ਨਹੀਂ ਹੈ, ਠੀਕ ਹੈ। ਕੈਪੀਟਲ ਲੈਟਰ ਵਿੱਚ ਲਿਖਣਾ ਜ਼ਰੂਰੀ ਨਹੀਂ ਹੁੰਦਾ, ਬਟ ਹਾਂ ਜਦੋਂ ਉੱਪਰ ਲਿਖੋਗੇ ਨਾ ਫਰਸਟ ਲੈਟਰ ਕੈਪੀਟਲ ਹੋਏਗਾ। ਜਿਵੇਂ ਹਾਰਮਫੁਲ ਇਫੈਕਟਸ ਆਫ ਟੀਵੀ ਵਿਊਇੰਗ ਔਨ ਚਿਲਡਰਨ, ਆਫ ਔਨ ਇਹਨਾਂ ਦੇ ਨਹੀਂ, ਇਹ ਸਮਾਲ ਚ ਹੋਣਗੇ ਤੇ ਅਦਰਵਾਈਜ਼, ਬਟ ਤੁਸੀਂ ਇਹਦੇ ਜਿਹੜੇ ਹੈ ਇਹਦਾ ਸਾਰੇ ਕੈਪੀਟਲ ਦੇ ਵਿੱਚ ਨਹੀਂ ਹੋ ਸਕਦੇ, ਠੀਕ ਹੈ। ਜੌਟ ਡਾਊਨ ਪੁਆਇੰਟਸ, ਜੌਟ ਡਾਊਨ ਦਾ ਮਤਲਬ ਹੁੰਦਾ ਨੋਟ ਡਾਊਨ, ਸੋ ਤੁਸੀਂ ਰਫ ਦੇ ਵਿੱਚ ਨੋਟ ਡਾਊਨ ਕਰ ਸਕਦੇ ਹੋ। ਓਬੇਸਿਟੀ ਪ੍ਰੋਬਲਮ, ਵੈਰੀ ਗੁੱਡ ਵੈਰੀ ਗੁੱਡ, ਇਹ ਮੈਂ ਇਹਦੇ ਵਿੱਚ ਨਹੀਂ ਮੈਂਸ਼ਨ ਕੀਤੀ ਸੀ। ਓਬੇਸਿਟੀ ਪ੍ਰੋਬਲਮ ਹੁੰਦੀ ਹੈ, ਕਹਿੰਦੇ ਨਾ ਕਾਊਚ ਪੋਟੇਟੋਸ ਬਣ ਜਾਂਦੇ ਆ ਬੱਚੇ, ਕਾਊਚ ਪੋਟੇਟੋਸ, ਇਹ ਮੈਂ ਇਹਦੇ ਵਿੱਚ ਨਹੀਂ ਕੀਤਾ, ਬਟ ਅੱਜ ਕੱਲ ਇਹ ਪ੍ਰੋਬਲਮ ਵੀ ਆ ਰਹੀ ਹੈ, ਬੱਚੇ ਮੋਟੇ ਹੋਈ ਜਾ ਰਹੇ ਹੈ ਤੇ ਉਹ ਜਿਹੜੇ ਕਾਊਚ ਪੋਟੇਟੋਸ ਹੁੰਦੇ ਜਿਹੜੇ ਆਪਣੇ ਕਾਊਚ ਤੇ ਬੈਠ ਕੇ ਖਾਈ ਜਾ ਰਹੇ ਆਲੂ ਬਣੀ ਜਾ ਰਹੇ ਹੈ, ਮੋਟਾਪਾ, ਓਬੇਸਿਟੀ। ਰੁਪਿੰਦਰ ਕੌਰ ਬਹੁਤ ਵਧੀਆ ਪੁਆਇੰਟ ਤੁਸੀਂ ਦੱਸਿਆ, OBESITY, ਓਬੇਸਿਟੀ। ਓਬੇਸਿਟੀ ਹੁੰਦਾ ਮੋਟਾਪਾ, ਲਗਾਤਾਰ ਬੈਠੇ ਰਹਿਣ ਨਾਲ ਕੀ ਹੋ ਜਾਂਦਾ ਹੈ, ਉਹਨਾਂ ਨੂੰ ਓਬੇਸਿਟੀ ਪ੍ਰੋਬਲਮ ਆਉਂਦੀ। ਉਹ ਆਪਾਂ ਅੱਗੇ ਕਰਾਂਗੇ ਜਦੋਂ ਜਿੱਥੇ ਫਿਜ਼ੀਕਲ ਐਕਸਰਸਾਈਜ਼ ਹੈ ਨਾ, ਉੱਥੇ ਤੁਸੀਂ ਗੱਲ ਕਰ ਸਕਦੇ ਹੋ ਕਿ ਅੱਜ ਕੱਲ ਇਹ ਓਬੇਸਿਟੀ ਪ੍ਰੋਬਲਮ ਵੀ ਇਹ ਟੀਵੀ ਦੇ ਕਰਕੇ ਹੀ ਹੈ। नेक्स्ट है spell it which potato, it's couch potato, मैं लिख देती हूँ, ठीक है जी। couch potato ਹੁੰਦਾ ਹੈ जो मतलब बैठे बैठे और खा रहे हैं, ਉਹਨਾਂ ਨੂੰ ਕਿਹਾ ਜਾਂਦਾ ਹੈ। तो बच्चे आजकल couch potatoes बन रहे हैं। next is देखो, the programs telecast on TV are not much educative। ਹੁਣ ਅਸੀਂ ਇੱਥੇ ਦੇਖੋ ਬਹੁਤ ਸਾਰੇ ਐਜੂਕੇਸ਼ਨਲ ਪ੍ਰੋਗਰਾਮ ਵੀ ਆਉਂਦੇ ਆ, ਬਟ ਅਸੀਂ ਕਿਤੇ ਹਾਰਮਫੁਲ ਇਫੈਕਟਸ ਦੀ ਗੱਲ ਕਰ ਰਹੇ ਹਾਂ, ਤਾਂ ਅਸੀਂ ਇੱਥੇ ਇਹ ਦੱਸਾਂਗੇ ਕਿ ਜਿਹੜੇ ਪ੍ਰੋਗਰਾਮਸ ਹੈ ਬਹੁਤੇ ਜਿਹੜੇ ਹੈ ਨਾ ਉਹ ਐਜੂਕੇਟਿਵ ਨਹੀਂ ਹੁੰਦੇ। ਕੀ ਕਰਦੇ ਹਨ? ਦੇ ਡਿਸਪਲੇ ਈਵਿਲ ਐਂਡ ਵਾਇਲੈਂਸ, ਉਹਦੇ ਚ ਬੁਰਾਈ ਤੇ ਵਾਇਲੈਂਸ ਕੋਈ ਦਿਖਾਈ ਜਾਂਦੇ। ਵਾਇਲੈਂਸ ਦਾ ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਵਾਰ ਦੱਸਦਾ। ਦੇ ਕੈਨ ਚੇਂਜ the young impressionable minds into criminals। young impressionable minds मतलब ਜਿਵੇਂ ਛੋਟੇ ਬੱਚਿਆਂ ਦੇ ਮਾਈਂਡ 'ਚ ਜੋ ਚੀਜ਼ ਇੰਪ੍ਰੈਸ਼ਨ ਪੈ ਜਾਂਦਾ ਨਾ ਉਹੀ ਪੈ ਜਾਂਦਾ ਹੈ ਨਾ, ਛਾਪ ਜਿਹੜੀ ਆ ਜਾਂਦੀ ਹੈ ਉਹੀ ਛਾਪ ਛੱਡੀ ਜਾਂਦੀ ਹੈ। ਸੋ into criminals, criminals ਦਾ ਮਤਲਬ ਨਾ ਅਪਰਾਧੀ, ਠੀਕ ਹੈ। therefore ਇਸ ਲਈ it is imperative means important that parents should check the indiscriminate viewing। indiscriminate ਆਪਾਂ ਪਿੱਛੇ ਕੀਤਾ ਸੀ word, ਸੋ ਇਹ word ਅੱਜ ਸਾਨੂੰ ਯਾਦ ਹੋ ਜਾਣਾ ਚਾਹੀਦਾ ਹੈ। indiscriminate ਹੁੰਦਾ ਵੀ ਅੰਨੇਵਾਹ viewing of TV by children ਤੇ the parents should check ਹੁੰਦਾ ਰੋਕ ਲਗਾਣਾ। ਇੱਕ ਤਾਂ check ਦਾ ਮਤਲਬ ਹੁੰਦਾ ਹੈ ਜਿਵੇਂ ਅਸੀਂ ਚੈੱਕ ਕਰਦੇ ਹਾਂ, ਪੇਪਰ ਚੈੱਕ ਕਰ ਲਿਆ, ਇੱਕ check ਦਾ ਮਤਲਬ ਹੁੰਦਾ ਰੋਕ ਲਗਾਣਾ। ਜਿਹੜੇ ਬੱਚੇ ਆਪਾਂ ਉਸ ਜਿਹੜੇ ਲਿਟਰੇਸੀ ਵਿੱਚ ਕੀਤਾ ਸੀ ਨਾ indiscriminately ਮਤਲਬ ਬਿਨਾਂ ਕਿਸੇ ਕੇਅਰਲੈਸਲੀ, ਅੰਨੇਵਾਹ, ਇਹ ਵੀ ਗਗਨ ਨਹੀਂ ਦੱਸਿਆ ਸੀ, ਠੀਕ ਹੈ। ਸੋ ਪੇਰੈਂਟਸ ਨੂੰ ਜਿਹੜੇ ਬੱਚੇ ਅੰਨੇਵਾਹ ਵਿਊਇੰਗ ਕਰ ਰਹੇ ਹੈ, ਦੇਖ ਰਹੇ ਹੈ, ਉਹਦੇ ਤੇ ਚੈੱਕ ਲਗਾਉਣਾ ਚਾਹੀਦਾ। ਦੇ ਸ਼ੁਡ ਟੀਚ them
which programs to view and how long to view. So एक की होएगा discretion हो गई ना, विवेक नाल उन्होंने ये फैसला करना है which programs to view and how long to. Okay, so ये मैं ਤੁਹਾਨੂੰ roughly ਜਿਹਾ ਦੱਸਤਾ. You have to study it hard. देखना ਇਹਦੇ ਵਿੱਚ ਕੋਈ ਲਾਈਨ ਐਡ ਕਰਨਾ ਚਾਹੋ ਤਾਂ you can add it. ਕਿੱਥੇ ਐਡ ਕਰਨੀ ਹੈ it is up to you. ਹੁਣ ਤੁਹਾਨੂੰ ਇਸ ਤੋਂ ਇਲਾਵਾ ਟੈਲੀਵਿਜ਼ਨ ਦੇ ਕੁਝ ਹੋਰ ਨੁਕਸਾਨ ਲੱਗਦੇ ਆ, ਜਿਵੇਂ ਰੁਪਿੰਦਰ ਨੇ ਕਿਹਾ ਕਿ ਓਬੇਸਿਟੀ ਪ੍ਰੋਬਲਮ ਆਉਂਦੀ ਹੈ, ਉਹ ਕਿੱਥੇ ਐਡ ਕਰਨੀ ਹੈ ਤੁਸੀਂ ਐਡ ਕਰਨਾ, ਉਹ ਲਾਈਨ ਵੀ ਤੁਸੀਂ ਬਣਾਣੀ ਹੈ ਤੇ ਇਹਦੇ ਵਿੱਚ ਤੁਸੀਂ ਆਪਣੀ ਲਾਈਨਸ ਐਡ ਕਰਕੇ we can discuss it tomorrow. Still you have any questions you can ask me. Any words you did not get you can ask me please. Hanji. Ma'am, what is the meaning of ASPECTS? बेटा दोबारा बोलो. ASPECTS. Aspects. Aspects ਹੁੰਦੇ ਪਹਿਲੂ. ਪਹਿਲੂ ਆਪਾਂ ਕਹਿੰਦੇ ਆ ਨਾ ਕਿ ਹਰ ਚੀਜ਼ ਦੇ ਦੋ ਐਸਪੈਕਟ ਹੁੰਦੇ ਆ, ਇੱਕ ਸਿੱਧਾ ਹੁੰਦਾ, ਇੱਕ ਪੁੱਠਾ, ਇੱਕ ਚੰਗਾ ਪਹਿਲੂ ਹੁੰਦਾ, ਇੱਕ ਮਾੜਾ ਪਹਿਲੂ ਹੁੰਦਾ. ਪਹਿਲੂ ਸਮਝਦੇ ਹੋ? Ma'am, yes. Ma'am, what is the meaning of DIS? ਸੰਦੀਪ ਆਪਾਂ ਨਹੀਂ ਕਹਿੰਦੇ ਹਰ ਸਿੱਕੇ ਦੇ ਦੋ ਫੇਸ, ਆਪਾਂ ਕਹਿ ਸਕਦੇ ਹਾਂ ਦੋ ਉਹਦੇ, ਕੋਈ ਮੈਨੂੰ ਪੰਜਾਬੀ ਚ ਦੱਸ ਦੋ. ਪਹਿਲੂ ਹੀ ਕਹਿੰਦੇ ਆ ਵੈਸੇ ਪੰਜਾਬੀ ਦੇ ਵਿੱਚ, ਐਸਪੈਕਟਸ ਹੁੰਦਾ ਹੈ ਵੀ ਇਹਦਾ ਹੈ ਨਾ. ਸੋ ਐਸਪੈਕਟਸ ਉਹਦੇ ਫੇਸ ਕਹਿ ਸਕਦੇ ਹੋ, ਵੀ ਹਰ ਚੀਜ਼ ਦੇ ਦੋ ਰੁਖ ਹੁੰਦੇ ਆ, ਹੈ ਨਾ. Ma'am, yes. ਹਾਂ. Ma'am, third line repeat, fourth line repeat करना. Every source of entertainment. Every source of entertainment. Entertainment ਦਾ ਕੋਈ ਵੀ ਸਾਧਨ ਹੋਵੇ, it should be used with discretion. ਉਸਨੂੰ ਬੜੇ ਵਿਵੇਕ ਨਾਲ ਯੂਜ਼ ਕਰਨਾ ਚਾਹੀਦਾ ਹੈ, ਬੜੀ ਸਮਝਦਾਰੀ ਨਾਲ, ਸਿਆਣਪ ਨਾਲ ਡਿਸਾਈਡ ਕਰਨਾ ਚਾਹੀਦਾ ਹੈ ਕਿ ਮੈਂ ਉਸ entertainment ਨੂੰ ਕਿੰਨਾ ਕੁ ਯੂਜ਼ ਕਰਨਾ ਹੈ. ਚਾਹੇ either it is television, either it is theater, either it is whatever, ਕੋਈ ਵੀ ਤੁਹਾਡਾ entertainment ਦਾ source ਹੋਵੇ ਨਾ, ਤੁਸੀਂ ਉਸਨੂੰ ਆਪਣੇ ਬੜੀ ਵਿਵੇਕ ਬੁੱਧੀ ਨਾਲ ਯੂਜ਼ ਕਰਨਾ ਹੈ in order to derive ਮਤਲਬ ਖਿੱਚਣਾ, ਨਿਕਾਲਣਾ, ਕਿ ਉਹਦੇ ਵਿੱਚੋਂ ਅਸੀਂ ਮੈਕਸਿਮਮ ਬੈਨੀਫਿਟ ਕਿੱਦਾਂ ਨਿਕਾਲ ਸਕੀਏ. Okay, ma'am. Ma'am, last is addiction. ਐਡਿਕਸ਼ਨ ਹੁੰਦਾ ਹੈ ਕਿਸੇ ਚੀਜ਼ ਦੀ ਆਦਤ ਪੈ ਜਾਣਾ, ਲੱਤ ਲੱਗ ਜਾਣਾ. ਜਿਵੇਂ ਆਪਾਂ ਕਹਿੰਦੇ ਨਹੀਂ ਡਰੱਗਸ ਐਡਿਕਟ ਹੋ ਜਾਂਦੇ ਆ, ਡਰੱਗਸ ਨਸ਼ੇ ਦੇ ਸ਼ਿਕਾਰ, ਮਤਲਬ ਡਰੱਗਸ ਦੀ ਉਹਨਾਂ ਨੂੰ ਲੱਤ ਲੱਗ ਜਾਂਦੀ ਹੈ, ਐਡਿਕਸ਼ਨ ਹੋ ਜਾਂਦੀ ਹੈ, ਲੱਤ ਲੱਗ ਜਾਂਦੀ ਹੈ. ਹੁਣ ਅੱਜ ਕੱਲ ਬੱਚੇ ਫੋਨ ਦੇ ਲਈ ਕਹਿੰਦੇ ਨਹੀਂ ਹੈ, ਉਹਨਾਂ ਨੂੰ ਜਿਹੜੀ ਟੈਕਨੋਲੋਜੀ ਐਡਿਕਸ਼ਨ ਹੋ ਗਈ ਹੈ. ਇਹ ਅੱਜ ਕੱਲ ਦਾ ਨਿਊ ਵਰਡ ਹੈ, ਮੈਂ ਲਿਖ ਦਿੰਦੀ ਹਾਂ ਇੱਥੇ, ਟੈਕਨੋਲੋਜੀ ਐਡਿਕਸ਼ਨ. ਬੱਚੇ ਜਿਹੜੇ ਹੈ ਉਹਨਾਂ ਨੂੰ ਟੈਕਨੋਲੋਜੀ ਦੀ ਐਡਿਕਸ਼ਨ ਹੋ ਗਈ ਹੈ. ਬੈਂਗਲੌਰ ਦੇ ਵਿੱਚ, ਮੈਂ ਤੁਹਾਨੂੰ ਵੈਸੇ ਹੀ ਦੱਸ ਰਹੀ ਹਾਂ ਜਨਰਲ ਨੌਲੇਜ ਦੇ ਵਿੱਚ, ਟੈਕਨੋਲੋਜੀ ਡੀ ਐਡਿਕਸ਼ਨ ਸੈਂਟਰ ਖੋਲਿਆ ਗਿਆ ਜਿੱਥੇ ਬੱਚਿਆਂ ਨੂੰ ਮੋਬਾਈਲ ਫੋਨ ਕਿੱਦਾਂ ਛੱਡੀਏ ਉਹਦੇ ਬਾਰੇ ਗਾਈਡ ਕੀਤਾ ਜਾਂਦਾ ਹੈ. ਦੇਖੋ ਡੀ ਐਡਿਕਸ਼ਨ ਸੈਂਟਰਸ ਹੁੰਦੇ ਆ, ਡੀ ਐਡਿਕਸ਼ਨ ਸੈਂਟਰ ਹੁੰਦੇ ਆ ਨਸ਼ਾ ਛੁਡਾਊ ਕੇਂਦਰ, ਤੇ ਬੈਂਗਲੌਰ ਦੇ ਵਿੱਚ ਟੈਕਨੋਲੋਜੀ ਡੀ ਐਡਿਕਸ਼ਨ ਸੈਂਟਰ ਖੁੱਲਿਆ ਕਿਉਂਕਿ ਬੱਚੇ ਨੂੰ ਮੋਬਾਈਲ ਤੋਂ ਕਿੱਦਾਂ ਛੁਡਾਇਆ ਜਾਵੇ. ਜਾਂ ਕਈ ਬੱਚੇ ਜਿਹੜੇ ਪੀਸੀ ਤੇ ਬੈਠੇ ਉਹ ਘੰਟੇ ਬੱਧੀ ਬੈਠੇ ਰਹਿੰਦੇ, ਐਡਿਕਟ ਹੋ ਜਾਂਦੇ ਆ. ਉਹਨਾਂ ਨੇ ਖਾਣਾ ਖਾਣਾ ਤਾਂ ਉਹਨਾਂ ਦਾ ਫੋਨ ਚਾਲੂ ਰਹਿਣਾ ਚਾਹੀਦਾ ਹੈ, ਉਹਨਾਂ ਨੇ ਕੁਝ ਵੀ ਕਰਨਾ ਉਹਨਾਂ ਦਾ ਫੋਨ ਚੱਲਦੇ, ਬਾਥਰੂਮ ਜਾਣਾ ਗਾਣੇ ਚਲਾ ਦੇਣੇ ਹੈ ਨਾ. ਸੋ ਐਡਿਕਸ਼ਨ ਮੀਨਸ ਲੱਤ ਲੱਗ ਜਾਣਾ. ਓਕੇ ਕਮਲ ਜੀ, ਡਿਸਕ੍ਰਿਸ਼ਨ ਦਾ ਮਤਲਬ ਹੁੰਦਾ ਹੈ ਵਿਵੇਕ, ਆਪਣੀ ਸਿਆਣਪ ਨਾਲ ਸੋਚਣਾ ਕੀ ਠੀਕ ਹੈ ਕੀ ਗਲਤ ਹੈ. ਤੁਸੀਂ ਕਈ ਵਾਰ ਮੂਵੀਜ਼ ਆ ਰਹੀਆਂ ਹੁੰਦੀਆਂ ਤੇ ਉੱਤੇ ਲਿਖਿਆ ਹੁੰਦਾ ਪੇਰੈਂਟਲ ਡਿਸਕ੍ਰਿਸ਼ਨ. ਪੈਰੈਂਟਲ ਡਿਸਕ੍ਰਿਸ਼ਨ ਹੁੰਦਾ ਹੈ ਕਿ ਪੇਰੈਂਟਸ ਨੇ ਦੇਖਣਾ ਹੈ ਕਿ ਆਪਣੇ ਬੱਚੇ ਨੂੰ ਮੂਵੀ ਦਿਖਾਈਏ ਕਿ ਨਾ ਦਿਖਾਈਏ. ਠੀਕ ਹੈ ਜੀ, ਓਕੇ. ਹਾਂਜੀ, ਅਮਰਿਤਪ੍ਰੀਤ ਕੌਰ ਦਾ ਕੀ ਸਵਾਲ ਹੈ? Ma'am, good afternoon. ਹਾਂਜੀ, ਗੁੱਡ ਆਫਟਰਨੂਨ. Ma'am, how do we pronounce STATUS? TUS. It's status. Status, ma'am. Status. Status And भी ठीक है, status दोनों ठीक है. Okay, ma'am. And ma'am, जो आप फोन पे बांधे उसने भी status देंगे? हाँ जी, status. Okay, ma'am. ਗੁਰਵਿੰਦਰ ਕੌਰ, ਬੱਚੇ ਮੈਂ ਵਾਈਬਸ ਦਾ ਮੀਨਿੰਗ ਦੱਸਿਆ ਸੀ. ਬੱਚੇ ਵਾਈਬਸ ਹੁੰਦੀਆਂ ਵਾਈਬ੍ਰੇਸ਼ਨਸ. ਤੁਹਾਨੂੰ ਕਿਸੇ ਤੋਂ ਕੋਈ ਵਾਈਬ੍ਰੇਸ਼ਨ ਆ ਰਹੀ ਹੈ, ਕਿਸੇ ਤੋਂ ਕੋਈ ਤਰੰਗਾਂ ਆ ਰਹੀਆਂ ਨੇ, ਵਾਈਬਸ. ਠੀਕ ਹੈ,
ओके जी, टाइम हो गया है। आई एम गोइंग टू साइन ऑफ। ਤੁਸੀਂ ਪਲੀਜ਼ ਇਹ ਵਾਲਾ ਜਿਹੜਾ ਆਰਟੀਕਲ ਹੈ ਇਹਨੂੰ ਸਟੱਡੀ ਕਰਨਾ and we'll discuss another article plus this article tomorrow, है ना। vibes ਦਾ another meaning, ਹਾਂ ਬੱਚੇ, ਵਾਈਬ੍ਰੇਸ਼ਨ ਹੁੰਦਾ ਹੈ, ਵਾਈਬ੍ਰੇਸ਼ਨ। ਸ਼ਾਫਟ ਦਾ ਮਤਲਬ ਬੱਚੇ ਸ਼ਾਫਟ ਇੱਕ ਜਿਵੇਂ ਅਸੀਂ ਕਹਿੰਦੇ ਆ ਸਪੀਅਰ, ਪਤਾ ਕੀ ਹੁੰਦਾ ਹੈ ਸਪੀਅਰ? ਭਾਲਾ ਪਤਾ ਇੱਕ ਵੈਪਨ ਹੈ, ਵੈਪਨ। ਨਵਨੀਤ ਕੌਰ ਦਾ ਕੁਐਸਚਨ ਹੈ, ਇੱਕ ਵੈਪਨ ਹੈ ਜਿਹਦੇ ਨਾਲ ਇਸ ਤਰ੍ਹਾਂ ਮਾਰਿਆ ਜਾਂਦਾ ਹੈ, ਭਾਲਾ ਜਿਹਨੂੰ ਕਿਹਾ ਜਾਂਦਾ ਹੈ। ਸੋ ਸ਼ਾਫਟ ਹੁੰਦਾ ਭਾਲੇ ਦੀ ਸੈਂਟਰ ਬੋਡੀ ਨੂੰ ਕਿਹਾ ਜਾਂਦਾ ਹੈ, ਠੀਕ ਹੈ। ਇਹ ਮੈਂ ਕੱਲ ਪਿਕਚਰ ਤੁਹਾਨੂੰ ਦਿਖਾ ਦਾਂਗੀ ਸ਼ਾਫਟ ਕੀ ਹੁੰਦਾ ਹੈ, ਠੀਕ ਹੈ। ਪ੍ਰੀਵੈਂਟ ਐਕਸਪਲੋਇਟੇਸ਼ਨ ਮਤਲਬ ਸ਼ੋਸ਼ਣ ਤੋਂ ਬਚ ਜਾਂਦੇ ਹਾਂ, ਸ਼ੋਸ਼ਣ ਤੋਂ ਬਚਾਅ ਹੋ ਜਾਂਦਾ ਹੈ, ਪ੍ਰੀਵੈਂਟ ਐਕਸਪਲੋਇਟੇਸ਼ਨ। ਓਕੇ, ਵੀ ਨਜਾਇਜ਼ ਫਾਇਦਾ ਨਹੀਂ ਚੁੱਕਿਆ ਜਾਂਦਾ। ਓਕੇ ਜੀ, ਓਕੇ ਬੇਟਾ, we'll meet tomorrow। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।